ਨੋਬੇਲ ਪੁਰਸਕਾਰ ਜੇਤੂ ਐਲੀ ਵੀਜ਼ਲ ਦੁਆਰਾ ਲਿਖਿਤ ਗੁਰਚਰਨ ਸਿੰਘ ਜੈਤੋ ਰਾਹੀਂ ਅਨੁਵਾਦਿਤ ਨਾਵਲ ਹੈ ਰਾਤ। ਤੀਸਰਾ ਅੰਗ। ਜਿਹੜੇ ਕਾਰਖਾਨੇ 'ਚ ਮੈਂ ਕੰਮ ਕਰਦਾ ਸਾਂ, ਅਕਸਰ ਮੇਰੇ ਨੇੜੇ ਇੱਕ ਫਰਾਂਸੀਸੀ ਕੁੜੀ ਵੀ ਕੰਮ ਕਰਦੀ ਸੀ। ਅਸੀਂ ਇੱਕ ਦੂਜੇ ਨਾਲ ਗੱਲ ਨਹੀਂ ਕਰਦੇ ਸਾਂ। ਉਹਨੂੰ ਜਰਮਨ ਬੋਲੀ ਨਹੀਂ ਆਉਂਦੀ ਸੀ ਤੇ ਮੈਨੂੰ ਫਰਾਂਸੀਸੀ। ਉਹ ਯਹੂਦੀ ਲੱਗਦੀ ਸੀ। ਭਾਵੇਂ ਇੱਥੇ ਆਉਣ ਤੋਂ ਪਹਿਲਾਂ ਉਹਨੇ ਆਪਣੇ ਆਪ ਨੂੰ ਇੱਕ ਆਰੀਅਨ ਦਰਜ ਕਰਵਾਇਆ ਸੀ। ਉਹਨੂੰ ਜ਼ਬਰਦਸਤੀ ਕੱਢਿਆ ਗਿਆ ਸੀ। ਇੱਕ ਦਿਨ ਜਦੋਂ ਆਈਡੈਕ ਨੂੰ ਪਾਗਲਪਣ ਦਾ ਦੌਰਾ ਜਿਹਾ ਪਿਆ, ਮੈਂ ਉਹਦੇ ਰਾਹ 'ਚ ਆ ਗਿਆ। ਉਹ ਕਿਸੇ ਜੰਗਲੀ ਜਾਨਵਰ ਵਾਂਗ ਮੇਰੇ 'ਤੇ ਝਪਟਿਆ ਤੇ ਮੇਰੀ ਹਿੱਕ 'ਤੇ ਵਾਰ ਕੀਤਾ। ਫਿਰ ਉਹਨੇ ਮੇਰੇ ਸਿਰ 'ਤੇ ਵਾਰ ਕਰਕੇ ਮੈਨੂੰ ਹੇਠਾਂ ਸੁੱਟ ਲਿਆ ਤੇ ਫਿਰ ਮੈਨੂੰ ਚੁੱਕ ਕੇ ਫਿਰ ਹੇਠਾਂ ਸੁੱਟ ਲਿਆ। ਉਹਦੇ ਵਾਰ ਹੋਰ ਤੇਜ਼ ਹੁੰਦੇ ਗਏ ਤੇ ਮੈਂ ਲਹੂ ਲੁਹਾਨ ਹੋ ਗਿਆ। ਮੈਂ ਅਜੇ ਆਪਣੇ ਬੁੱਲ ਟੁੱਕ ਰਿਹਾ ਸਾਂ ਕਿ ਕਿਧਰੇ ਮੇਰੀਆਂ ਚੀਕਾਂ ਨਾ ਨਿਕਲ ਜਾਣ। ਉਹਨੇ ਮੇਰੀ ਚੁੱਪ ਨੂੰ ਬੁਰਾ ਸਮਝਿਆ ਹੋਏਗਾ ਜਾਂ ਮੇਰਾ ਵਿਰੋਧ ਸਮਝਿਆ ਹੋਏਗਾ। ਉਹਨੇ ਹੋਰ ਜ਼ੋਰ ਨਾਲ ਮਾਰਨਾ ਸ਼ੁਰੂ ਕਰ ਦਿੱਤਾ। ਫਿਰ ਉਹ ਅਚਾਨਕ ਇੱਕਦਮ ਸ਼ਾਂਤ ਹੋ ਗਿਆ, ਜਿਵੇਂ ਕੁਝ ਵੀ ਨਾ ਹੋਇਆ ਹੋਵੇ। ਉਹਨੇ ਮੈਨੂੰ ਮੁੜ ਕੇ ਕੰਮ 'ਤੇ ਲਾ ਦਿੱਤਾ। ਇਹ ਇਉਂ ਲੱਗ ਰਿਹਾ ਸੀ ਕਿ ਜਿਵੇਂ ਅਸੀਂ ਦੋਵੇਂ ਕੋਈ ਖੇਡ ਖੇਡਦੇ ਹੋਈਏ ਤੇ ਦੋਵੇਂ ਆਪੋ ਆਪਣੇ ਰੋਲ ਨਿਭਾ ਰਹੇ ਹੋਈਏ। ਆਪਣੇ ਆਪ ਨੂੰ ਘੜੀਸ ਕੇ ਮੈਂ ਕੋਨੇ 'ਚ ਲੈ ਗਿਆ। ਮੇਰਾ ਸਰੀਰ ਉੱਪਰੋਂ ਹੇਠਾਂ ਤੱਕ ਦਰਦ ਕਰ ਰਿਹਾ ਸੀ। ਉਸ ਵੇਲੇ ਮੈਂ ਇੱਕ ਠੰਡਾ ਜਿਹਾ ਹੱਥ ਮੇਰੇ ਲਹੂ ਲੁਹਾਨ ਮੱਥੇ 'ਤੇ ਮਹਿਸੂਸ ਕੀਤਾ। ਇਹ ਉਹ ਫਰਾਂਸੀਸੀ ਕੁੜੀ ਸੀ। ਉਹ ਮੇਰੇ ਵੱਲ ਦੇਖ ਕੇ ਦੁਖੀ ਹੋ ਕੇ ਮੁਸਕਾਈ ਤੇ ਹੌਲੀ ਜਿਹੀ ਇੱਕ ਡਬਲ ਰੋਟੀ ਦਾ ਟੁਕੜਾ ਮੇਰੇ ਹੱਥ 'ਚ ਫੜਾ ਦਿੱਤਾ। ਉਹਨੇ ਮੇਰੀਆਂ ਅੱਖਾਂ ਵੱਲ ਵੇਖਿਆ। ਮੈਨੂੰ ਲੱਗਿਆ ਜਿਵੇਂ ਉਹ ਕੁਝ ਕਹਿਣਾ ਚਾਹੁੰਦੀ ਹੋਵੇ, ਪਰ ਕਿਸੇ ਡਰ ਕਰਕੇ ਉਹਦੀ ਆਵਾਜ਼ ਨਹੀਂ ਸੀ ਨਿਕਲ ਰਹੀ। ਕੁਝ ਪਲ ਉਹ ਇਸੇ ਤਰ੍ਹਾਂ ਖੜੀ ਰਹੀ। ਫਿਰ ਉਹਦਾ ਚਿਹਰਾ ਸਾਵਾਂ ਹੋ ਗਿਆ ਤੇ ਉਹਨੇ ਸਾਫ਼ ਜਰਮਨ ਬੋਲੀ 'ਚ ਕਿਹਾ, ਛੋਟੇ ਭਰਾਵਾ, ਆਪਣੇ ਬੁੱਲ ਟੁੱਕ, ਰੋਈ ਨਾ। ਆਪਣਾ ਗੁੱਸਾ ਤੇ ਨਫ਼ਰਤ ਕਿਸੇ ਹੋਰ ਦਿਨ ਲਈ ਬਚਾ ਕੇ ਰੱਖ। ਇਹ ਕਿਸੇ ਹੋਰ ਦਿਨ ਕੰਮ ਆਏਗਾ। ਉਹ ਦਿਨ ਵੀ ਆਏਗਾ, ਪਰ ਹੁਣੇ ਨਹੀਂ। ਉਡੀਕ ਕਰ, ਦੰਦਾਂ ਹੇਠ ਜੀਭ ਦੇ ਕੇ ਉਡੀਕ। ਉਸ ਪਿੱਛੋਂ ਕਈ ਸਾਲ ਬੀਤ ਗਏ। ਪੈਰਿਸ ਵਿੱਚ ਮੈਂ ਮੈਟਰੋ 'ਚ ਆਪਣਾ ਅਖਬਾਰ ਪੜ੍ਹ ਰਿਹਾ ਸਾਂ। ਇੱਕ ਬੜੀ ਸੋਹਣੀ ਕਾਲੇ ਵਾਲਾਂ ਵਾਲੀ ਔਰਤ ਮੇਰੇ ਸਾਹਮਣੇ ਬੈਠੀ ਸੀ। ਅੱਖਾਂ ਉਹਦੀਆਂ ਜਿਵੇਂ ਕੋਈ ਸੁਪਨਾ ਦੇਖ ਰਹੀਆਂ ਹੋਣ। ਮੈਂ ਉਹ ਅੱਖਾਂ ਕਿਧਰੇ ਦੇਖੀਆਂ ਸਨ। ਇਹ ਤਾਂ ਉਹੀ ਸੀ। ਕੀ ਤੂੰ ਮੈਨੂੰ ਨਹੀਂ ਪਛਾਣਿਆ? ਮੈਂ ਤੈਨੂੰ ਨਹੀਂ ਜਾਣਦਾ। 1944 'ਚ ਤੂੰ ਜਰਮਨੀ 'ਚ ਸੀ, ਬੂਨਾ, ਹੈ ਨਾ? ਹਾਂ। ਤੇ ਤੂੰ ਬਿਜਲੀ ਦੇ ਪੁਰਜਿਆਂ ਵਾਲੇ ਕਾਰਖਾਨੇ 'ਚ ਕੰਮ ਕਰਦੀ ਹੁੰਦੀ ਸੀ? ਹਾਂ। ਮੈਨੂੰ ਉਹਨੇ ਕੁਝ ਘਬਰਾ ਕੇ ਕਿਹਾ ਤਾਂ ਕੁਝ ਪਲਾਂ ਦੀ ਚੁੱਪ ਪਿੱਛੋਂ, ਇੱਕ ਮਿੰਟ, ਮੈਨੂੰ ਯਾਦ ਹੈ, ਆਈਡੈਕ ਕਾਪੋ, ਇੱਕ ਛੋਟਾ ਜਿਹਾ ਯਹੂਦੀ ਮੁੰਡਾ, ਤੇਰੇ ਉੱਤੇ ਹਮਦਰਦੀ ਭਰੇ ਸ਼ਬਦ। ਅਸੀਂ ਦੋਵੇਂ ਮੈਟਰੋ 'ਚੋਂ ਨਿਕਲ ਕੇ ਇੱਕ ਕੈਫੇ 'ਚ ਜਾ ਬੈਠੇ ਸਾਂ। ਅਸੀਂ ਉੱਥੇ ਬਹਿ ਕੇ ਸ਼ਾਮ ਤੱਕ ਪੁਰਾਣੀਆਂ ਯਾਦਾਂ ਯਾਦ ਕਰਦੇ ਰਹੇ। ਵਿਛੜਨ ਤੋਂ ਪਹਿਲਾਂ ਮੈਂ ਉਹਨੂੰ ਪੁੱਛਿਆ, ਕੀ ਮੈਂ ਤੈਨੂੰ ਕੋਈ ਸਵਾਲ ਕਰ ਸਕਦਾ? ਮੈਨੂੰ ਪਤਾ ਉਹ ਕੀ ਹੋਏਗਾ। ਪੁੱਛੋ। ਕੀ ਮੈਂ ਯਹੂਦੀ ਹਾਂ? ਹਾਂ, ਮੈਂ ਯਹੂਦੀ ਹਾਂ, ਤੇ ਉਹ ਵੀ ਇੱਕ ਧਾਰਮਿਕ ਪਰਿਵਾਰ ਵਿੱਚ। ਨੌਕਰੀ ਕਰਦਿਆਂ ਮੈਂ ਨਕਲੀ ਕਾਗਜ਼ ਬਣਵਾਏ ਸਨ ਜਿਹੜੇ ਮੈਨੂੰ ਆਰੀਅਨ ਸਾਬਤ ਕਰਦੇ ਸਨ। ਇਹੋ ਮੈਨੂੰ ਕਿਸੇ ਇੱਕ ਜ਼ਬਰਦਸਤੀ ਵਾਲੇ ਮਜ਼ਦੂਰ ਕੈਂਪ 'ਚ ਭੇਜਿਆ ਗਿਆ ਸੀ। ਨਜ਼ਰਬੰਦੀ ਵਾਲੇ ਕੈਂਪ 'ਚ ਨਹੀਂ ਭੇਜਿਆ ਗਿਆ। ਕਾਰਖਾਨੇ 'ਚ ਕੋਈ ਨਹੀਂ ਸੀ ਜਾਣਦਾ ਕਿ ਮੈਂ ਜਰਮਨ ਬੋਲੀ ਬੋਲ ਸਕਦੀ ਹਾਂ। ਇਸ ਨਾਲ ਸ਼ੱਕ ਹੋ ਜਾਣਾ ਸੀ। ਤੈਨੂੰ ਕਹੇ ਕੁਝ ਸ਼ਬਦ ਵੀ ਸ਼ੱਕ ਦੇ ਘੇਰੇ 'ਚ ਆ ਜਾਣੇ ਸਨ। ਜੋਖਮ ਹੋ ਸਕਦਾ ਸੀ, ਪਰ ਮੈਨੂੰ ਇਹ ਪਤਾ ਸੀ ਕਿ ਤੂੰ ਮੈਨੂੰ ਕਿਸੇ ਮੁਸੀਬਤ 'ਚ ਨਹੀਂ ਫਸਾਏਂਗਾ। ਇੱਕ ਵਾਰ ਅਸੀਂ ਜਰਮਨ ਫੌਜੀਆਂ ਦੀ ਨਿਗਰਾਨੀ ਹੇਠ ਰੇਲ ਗੱਡੀ 'ਤੇ ਡੀਜ਼ਲ ਇੰਜਨ ਲੱਦਣੇ ਸਨ। ਆਈਡੈਕ ਦਾ ਗੁੱਸਾ ਕਿਨਾਰੇ 'ਤੇ ਸੀ। ਉਹ ਆਪਣੇ ਆਪ ਨੂੰ ਬੜੀ ਮੁਸ਼ਕਿਲ ਨਾਲ ਕਾਬੂ 'ਚ ਰੱਖ ਰਿਹਾ ਸੀ। ਅਚਾਨਕ ਉਹਦਾ ਗੁੱਸਾ ਫੁੱਟ ਪਿਆ ਸੀ। ਸ਼ਿਕਾਰ ਹੋਏ ਮੇਰੇ ਪਿਤਾ। ਓਏ ਨਿਕੰਮਿਆ ਬੁੱਢਿਆ, ਤੂੰ ਇਹਨੂੰ ਕੰਮ ਕਹਿਣ? ਤੇ ਉਹਨੇ ਉਹਨੂੰ ਇੱਕ ਲੋਹੇ ਦੇ ਸਰੀਏ ਨਾਲ ਮਾਰਨਾ ਸ਼ੁਰੂ ਕਰ ਦਿੱਤਾ। ਪਹਿਲਾਂ ਤਾਂ ਮੇਰੇ ਪਿਤਾ ਉਸ ਮਾਰ ਨੂੰ ਕਿਸੇ ਤਰ੍ਹਾਂ ਸਹਿੰਦੇ ਰਹੇ, ਪਰ ਫਿਰ ਉਹਨਾਂ ਦੇ ਦੋ ਟੁਕੜੇ ਹੋ ਗਏ, ਜਿਵੇਂ ਕੋਈ ਬਿਜਲੀ ਡਿੱਗ ਪਈ ਹੋਵੇ, ਤੇ ਉਹ ਢਹਿ ਪਏ। ਮੈਂ ਉਹ ਸਾਰਾ ਕੁਝ ਚੁੱਪ ਕਰਕੇ ਦੇਖਦੀ ਰਹੀ। ਮੈਂ ਚੁੱਪ ਰਹੀ। ਮੈਂ ਸੋਚਦੀ ਰਹੀ ਕਿ ਮੈਂ ਕਿਵੇਂ ਆਪਣੇ ਪਿਤਾ ਨੂੰ ਪਾਸੇ ਕਰਾਂ ਤਾਂ ਕਿ ਮੈਨੂੰ ਮਾਰ ਨਾ ਪਏ। ਹੋਰ ਤਾਂ ਹੋਰ, ਜਿਹੜਾ ਵੀ ਗੁੱਸਾ ਮੈਨੂੰ ਆਇਆ ਤਾਂ ਉਹ ਕਾਪੋ 'ਤੇ ਨਹੀਂ ਸੀ, ਸਗੋਂ ਮੇਰੇ ਪਿਤਾ 'ਤੇ ਹੀ ਆ ਰਿਹਾ ਸੀ। ਮੈਨੂੰ ਉਹਨਾਂ 'ਤੇ ਇਸੇ ਗੱਲ ਦਾ ਗੁੱਸਾ ਸੀ ਕਿ ਉਹ ਆਪਣੇ ਆਪ ਨੂੰ ਆਈਡੈਕ ਤੋਂ ਕਿਉਂ ਨਹੀਂ ਸਨ ਬਚਾ ਸਕੇ। ਇਹੋ ਜਿਹਾ ਹੀ ਮੈਨੂੰ ਕੈਂਪ ਵਾਲੇ ਜੀਵਨ ਨੇ ਬਣਾ ਦਿੱਤਾ ਸੀ। ਫਾਰਨੈਕ ਫੋਰਮੈਨ ਨੇ ਇੱਕ ਦਿਨ ਮੇਰੇ ਮੂੰਹ 'ਚ ਸੋਨੇ ਵਾਲਾ ਦੰਦ ਦੇਖ ਲਿਆ। ਓਏ ਮੁੰਡਿਆ,
ਮੈਨੂੰ ਆਪਣਾ ਦੰਦ ਦੇ ਦੇ। ਮੈਂ ਉਹਨੂੰ ਕਿਹਾ ਕਿ ਇਹ ਅਸੰਭਵ ਸੀ ਕਿਉਂਕਿ ਮੈਂ ਇਸ ਤੋਂ ਬਿਨਾਂ ਖਾ ਹੀ ਨਹੀਂ ਸਕਾਂਗਾ। ਵੈਸੇ ਵੀ ਉਹ ਤੈਨੂੰ ਖਾਣ ਲਈ ਦਿੰਦੇ ਹੀ ਕੀ ਨੇ? ਮੈਨੂੰ ਇੱਕ ਹੋਰ ਜਵਾਬ ਸੁਝਿਆ। ਡਾਕਟਰੀ ਜਾਂਚ ਤੋਂ ਪਿੱਛੋਂ ਮੇਰਾ ਨੰਬਰ ਲਿਸਟ ਵਿੱਚ ਨੋਟ ਕਰ ਲਿਆ ਗਿਆ ਸੀ। ਅਸੀਂ ਦੋਹਾਂ ਨੇ ਫਸ ਜਾਣਾ ਸੀ। ਜੇ ਤੂੰ ਮੈਨੂੰ ਆਪਣਾ ਦੰਦ ਨਹੀਂ ਦੇਣਾ ਤਾਂ ਤੇਰਾ ਇਸ ਤੋਂ ਕਿਤੇ ਵੱਧ ਨੁਕਸਾਨ ਹੋ ਜਾਏਗਾ। ਉਹ ਹਮਦਰਦ ਸਿਆਣਾ ਜਵਾਨ ਹੁਣ ਉਹ ਬੰਦਾ ਨਹੀਂ ਸੀ ਰਿਹਾ। ਉਹਦੀਆਂ ਅੱਖਾਂ 'ਚ ਇੱਛਾਵਾਂ ਝਲਕਦੀਆਂ ਸਨ। ਮੈਂ ਉਹਨੂੰ ਕਿਹਾ ਕਿ ਮੈਂ ਆਪਣੇ ਪਿਤਾ ਨਾਲ ਸਲਾਹ ਕਰਾਂਗਾ। ਭਾਵੇਂ ਤੂੰ ਆਪਣੇ ਪਿਓ ਆਈਡੈਕ ਨੂੰ ਪੁੱਛ ਲਈ, ਪਰ ਮੈਨੂੰ ਕੱਲ੍ਹ ਤੱਕ ਜਵਾਬ ਦੇ ਦੇਈਂ। ਪਰ ਜਦੋਂ ਮੈਂ ਆਪਣੇ ਪਿਤਾ ਜੀ ਨੂੰ ਪੁੱਛਿਆ ਤਾਂ ਉਹਨਾਂ ਦਾ ਚਿਹਰਾ ਪੀਲਾ ਪੈ ਗਿਆ। ਕਾਫੀ ਦੇਰ ਚੁੱਪ ਰਹਿਣ ਪਿੱਛੋਂ ਉਹਨਾਂ ਨੇ ਕਿਹਾ, ਨਹੀਂ ਬੇਟਾ, ਇਹ ਕੰਮ ਕਦੇ ਨਾ ਕਰੀ। ਉਹ ਸਾਡੇ ਕੋਲੋਂ ਬਦਲਾ ਲਏਗਾ। ਉਹਦੀ ਹਿੰਮਤ ਨਹੀਂ ਪਏਗੀ। ਪਰ ਅਫਸੋਸ, ਫਰਨੈਕ ਨੂੰ ਪਤਾ ਸੀ ਮੇਰੀ ਦੁੱਖ ਦੀ ਰਗ ਦਾ। ਉਹਨੂੰ ਮੇਰੀ ਕਮਜ਼ੋਰੀ ਪਤਾ ਸੀ। ਮੇਰੇ ਪਿਤਾ ਜੀ ਨੇ ਕਦੇ ਵੀ ਮਿਲਟਰੀ 'ਚ ਨੌਕਰੀ ਨਹੀਂ ਸੀ ਕੀਤੀ। ਕਦੇ ਵੀ ਉਹ ਕਦਮ ਮਿਲਾ ਕੇ ਨਹੀਂ ਸੀ ਚੱਲ ਸਕੇ। ਇੱਥੇ ਜਦੋਂ ਅਸੀਂ ਤੁਰਦੇ ਸਾਂ ਉਹ ਕਦਮ ਨਾਲ ਕਦਮ ਮਿਲਾ ਕੇ ਨਹੀਂ ਸੀ ਤੁਰ ਸਕਦੇ। ਅਸੀਂ ਸਾਰੇ ਇੱਕੋ ਕਦਮ ਚਾਲ 'ਚ ਚੱਲਦੇ ਸਾਂ। ਫਰਨੈਕ ਨੂੰ ਹੁਣ ਮੌਕਾ ਸੀ ਕਿ ਉਹ ਪਿਤਾ ਨੂੰ ਤੰਗ ਕਰ ਸਕੇ। ਉਹ ਹਰ ਰੋਜ਼ ਉਹਨਾਂ ਦੀ ਮਾਰਕੁੱਟ ਕਰ ਸਕਦਾ ਸੀ। ਲੈਫਟ ਰਾਈਟ ਡੰਡਾ, ਲੈਫਟ ਰਾਈਟ ਥੱਪੜ। ਮੈਂ ਫੈਸਲਾ ਕੀਤਾ ਕਿ ਮੈਂ ਆਪਣੇ ਪਿਤਾ ਨੂੰ ਆਪ ਸਿਖਾਵਾਂਗਾ। ਉਹਨਾਂ ਨੂੰ ਦੱਸਾਂਗਾ ਕਿ ਕਦਮ ਕਿਵੇਂ ਬਦਲੀਦਾ ਤਾਂ ਕਿ ਇੱਕੋ ਚਾਲ ਵਿੱਚ ਸਾਰੇ ਚੱਲ ਸਕਣ। ਅਸੀਂ ਸਾਡੇ ਬਲਾਕ ਅੱਗੇ ਮਾਰਚ ਕਰਨਾ ਸ਼ੁਰੂ ਕੀਤਾ। ਮੈਂ ਪਹਿਲਾਂ ਮਾਰਚ ਕਰਕੇ ਦਿਖਾ ਰਿਹਾ ਸਾਂ। ਉੱਥੇ ਬੈਠੇ ਕੁਝ ਕੈਦੀ ਸਾਡੇ ਉੱਤੇ ਹੱਸਣ ਲੱਗ ਪਏ। ਦੇਖੋ, ਇੱਕ ਛੋਟਾ ਜਿਹਾ ਮੁੰਡਾ ਇੱਕ ਬੁੱਢੇ ਨੂੰ ਕਿਵੇਂ ਸਿਖਾ ਰਿਹਾ। ਓਏ ਜਰਨੈਲਾ, ਕਿੰਨੇ ਰਾਸ਼ਨ ਤੈਨੂੰ ਇਹ ਬੁੱਢਾ ਸਿਖਲਾਈ ਲਈ ਦਿੰਦਾ? ਪਰ ਮੇਰੇ ਪਿਤਾ ਜੀ ਤੇ ਤਰੱਕੀ 'ਚ ਕੋਈ ਫਰਕ ਨਹੀਂ ਸੀ ਪੈ ਰਿਹਾ। ਉਹਨਾਂ ਤੇ ਮਾਰ ਪੈਂਦੀ ਰਹੀ। ਤੂੰ ਕਦਮ ਨਾਲ ਕਦਮ ਮਿਲਾ ਕੇ ਵੀ ਨਹੀਂ ਚੱਲ ਸਕਦਾ, ਬੁੱਢੇ ਖੂਸਟ। ਇਹੋ ਕੁਝ 2 ਹਫ਼ਤੇ ਤੱਕ ਹੁੰਦਾ ਰਿਹਾ ਸੀ। ਉਹ ਹੋਰ ਬਰਦਾਸ਼ਤ ਨਹੀਂ ਸਨ ਕਰ ਸਕਦੇ। ਸਾਨੂੰ ਈਨ ਮੰਨਣੀ ਪਈ। ਉਸ ਦਿਨ ਫਰਨੈਕ ਵੱਡਾ ਹਾਸਾ ਹੱਸਿਆ ਸੀ। ਮੈਨੂੰ ਪਤਾ ਸੀ, ਮੈਨੂੰ ਪਹਿਲਾਂ ਹੀ ਪਤਾ ਸੀ ਕਿ ਮੈਂ ਜਿੱਤਾਂਗਾ। ਦੇਰ ਸਹੀ ਚੰਗੀ ਬਜਾਏ ਇਹਦੇ ਕਦੇ ਵੀ ਨਾ ਹੋਵੇ। ਤੇ ਹੋਇਆ ਕੀ? ਤੁਸੀਂ ਮੈਨੂੰ ਉਡੀਕ ਕਰਵਾਈ। ਇਸ ਲਈ ਹੁਣ ਤੁਹਾਨੂੰ ਡਬਲ ਰੋਟੀ ਵਾਲਾ ਰਾਸ਼ਨ ਨਹੀਂ ਮਿਲੇਗਾ। ਡਬਲ ਰੋਟੀ ਵਾਲਾ ਰਾਸ਼ਨ ਜਿਹੜਾ ਵਾਰਸਾ ਤੋਂ ਇੱਕ ਦੰਦਾਂ ਦਾ ਡਾਕਟਰ ਹੈ ਤਾਂ ਕਿ ਉਹ ਤੇਰਾ ਸੋਨੇ ਵਾਲਾ ਦੰਦ ਕੱਢ ਸਕੇ। ਕੀ? ਮੇਰਾ ਡਬਲ ਰੋਟੀ ਵਾਲਾ ਰਾਸ਼ਨ ਤਾਂ ਕਿ ਉਹ ਮੇਰਾ ਦੰਦ ਕੱਢ ਸਕੇ? ਫਰਨੈਕ ਹੱਸ ਰਿਹਾ ਸੀ। ਹੋਰ ਤੈਨੂੰ ਕੀ ਲੱਗਦਾ ਕਿ ਮੈਂ ਮੁੱਕੀ ਮਾਰ ਕੇ ਤੇਰਾ ਦੰਦ ਤੋੜ ਦਿਆਂ? ਉਸੇ ਸ਼ਾਮ ਬਾਥਰੂਮ ਵਿੱਚ ਵਾਰਸਾ ਦੇ ਉਸ ਦੰਦਾਂ ਦੇ ਡਾਕਟਰ ਨੇ ਮੇਰਾ ਸੋਨੇ ਦਾ ਦੰਦ ਕੱਢ ਲਿਆ, ਤੇ ਉਹ ਵੀ ਇੱਕ ਜੰਗਾਲੇ ਹੋਏ ਚਮਚੇ ਨਾਲ। ਫਰਨੈਕ ਹੁਣ ਹਲੀਮੀ ਨਾਲ ਪੇਸ਼ ਆਉਣ ਲੱਗ ਪਿਆ ਸੀ। ਕਦੇ ਕਦੇ ਉਹ ਮੈਨੂੰ ਬਹੁਤਾ ਸੂਪ ਵੀ ਦੇ ਦਿੰਦਾ ਸੀ, ਪਰ ਉਹ ਬਹੁਤਾ ਚਿਰ ਨਹੀਂ ਸੀ ਚੱਲ ਸਕਿਆ। ਕੋਈ 2 ਕੁ ਹਫ਼ਤਿਆਂ ਪਿੱਛੋਂ ਪੋਲੈਂਡ ਤੋਂ ਆਏ ਉਹ ਬੰਦੇ ਦੂਸਰੇ ਕੈਂਪ 'ਚ ਭੇਜ ਦਿੱਤੇ ਗਏ ਸਨ। ਮੈਨੂੰ ਮੇਰਾ ਸੋਨੇ ਦਾ ਦੰਦ ਭੰਗ ਦੇ ਭਾਣੇ ਗੁਆਉਣਾ ਪਿਆ। ਉਹਨਾਂ ਪੋਲੈਂਡ ਤੋਂ ਆਏ ਲੋਕਾਂ ਦੇ ਜਾਣ ਤੋਂ ਕੁਝ ਦਿਨ ਪਹਿਲਾਂ ਮੈਨੂੰ ਇੱਕ ਨਵਾਂ ਸਬਕ ਮਿਲਿਆ। ਐਤਵਾਰ ਦਾ ਦਿਨ ਸੀ। ਉਹ ਸਾਡੇ ਲੋਕਾਂ ਨੂੰ ਕੰਮ 'ਤੇ ਜਾਣ ਦੀ ਲੋੜ ਨਹੀਂ ਸੀ, ਪਰ ਕੁਝ ਵੀ ਹੋ ਜਾਏ, ਆਈਡੈਕ ਕੁਝ ਵੀ ਸੁਣਨ ਲਈ ਤਿਆਰ ਨਹੀਂ ਸੀ। ਉਹਨੇ ਸਾਨੂੰ ਕੈਂਪ 'ਚ ਰਹਿਣ ਨਹੀਂ ਸੀ ਦੇਣਾ। ਮੈਨੂੰ ਕਾਰਖਾਨੇ 'ਚ ਜਾਣਾ ਪਿਆ। ਇਸ ਅਚਾਨਕ ਕੰਮ ਲਈ ਉਤਸ਼ਾਹ ਨੇ ਸਾਨੂੰ ਬੜਾ ਹੈਰਾਨ ਕਰ ਦਿੱਤਾ। ਕਾਰਖਾਨੇ 'ਚ ਆਈਡੈਕ ਨੇ ਸਾਨੂੰ ਫਰਨੈਕ ਦੇ ਹਵਾਲੇ ਕਰ ਦਿੱਤਾ। ਉਹਨੇ ਕਿਹਾ, ਜਿਵੇਂ ਤੇਰਾ ਦਿਲ ਕਰਦਾ ਕਰ, ਪਰ ਕੁਝ ਨਾ ਕੁਝ ਕਰ। ਜੇ ਨਾ ਕੀਤਾ ਤਾਂ ਤੈਨੂੰ ਮੇਰੇ ਕੋਲੋਂ ਕੁਝ ਨਾ ਕੁਝ ਬੁਰਾ ਸੁਣਨ ਨੂੰ ਹੀ ਮਿਲੇਗਾ। ਤੇ ਉਹ ਗਾਇਬ ਹੋ ਗਿਆ। ਸਾਨੂੰ ਕੁਝ ਵੀ ਪਤਾ ਨਹੀਂ ਸੀ ਕਿ ਅਸੀਂ ਕੀ ਕਰਨਾ ਹੈ। ਅਸੀਂ ਬੈਠੇ ਬੈਠੇ ਥੱਕ ਚੁੱਕੇ ਸੀ। ਅਸੀਂ ਵਾਰੀ-ਵਾਰੀ ਇੱਕ-ਇੱਕ ਕਰਕੇ ਕਾਰਖਾਨੇ ਦੇ ਚੱਕਰ ਵੀ ਲਾ ਆਏ ਸੀ। ਅਸੀਂ ਲੱਭ ਰਹੇ ਸਾਂ ਕਿ ਸ਼ਾਇਦ ਕੋਈ ਡਬਲ ਰੋਟੀ ਦਾ ਟੁਕੜਾ ਕੋਈ ਸਰਕਾਰੀ ਨੌਕਰ ਛੱਡ ਗਿਆ ਹੋਵੇ ਜਾਂ ਕਿਧਰੇ ਕੋਈ ਡਿੱਗਿਆ ਪਿਆ ਹੋਵੇ। ਜਦੋਂ ਉਸ ਇਮਾਰਤ ਦੇ ਪਿਛਲੇ ਪਾਸੇ ਆਇਆ, ਮੈਂ ਇੱਕ ਅਗਲੇ ਪਾਸੇ ਛੋਟੇ ਕਮਰੇ 'ਚ ਕੋਈ ਆਵਾਜ਼ ਆਉਂਦੀ ਸੁਣੀ। ਮੈਂ ਜਦੋਂ ਉਸ ਪਾਸੇ ਗਿਆ ਤੇ ਦੇਖਿਆ ਕਿ ਆਈਡੈਕ ਇੱਕ ਪੋਲੈਂਡ ਵਾਲੀ ਕਿਸੇ ਕੁੜੀ ਨਾਲ ਸੀ। ਉਹ ਅਰਧ-ਨਗਨ ਕਿਸੇ ਚਟਾਈ 'ਤੇ ਲੇਟੀ ਹੋਈ ਸੀ। ਉਸ ਵੇਲੇ ਮੈਂ ਸਮਝ ਗਿਆ ਸਾਂ ਕਿ ਆਈਡੈਕ ਸਾਨੂੰ ਕੈਂਪ 'ਚ ਕਿਉਂ ਨਹੀਂ ਸੀ ਰਹਿਣ ਦੇਣਾ ਚਾਹੁੰਦਾ। ਉਹਨੇ ਸੈਂਕੜੇ ਕੈਦੀਆਂ ਨੂੰ ਇੱਥੇ ਭੇਜਿਆ ਸੀ ਤਾਂ ਕਿ ਉਹ ਕਿਸੇ ਕੁੜੀ ਨਾਲ ਸੌਂ ਸਕੇ। ਇਹ ਮੈਨੂੰ ਇੰਨਾ ਹਾਸੋਹੀਣਾ ਲੱਗਿਆ ਕਿ ਮੈਂ ਉੱਚੀ-ਉੱਚੀ ਹੱਸਣ ਲੱਗ ਪਿਆ। ਆਈਡੈਕ ਇੱਕਦਮ ਉੱਠ ਕੇ ਖੜਾ ਹੋ ਗਿਆ, ਮੁੜਿਆ ਤੇ ਉਹਨੇ ਮੈਨੂੰ ਦੇਖ ਲਿਆ। ਇੰਨੇ 'ਚ ਉਹ ਕੁੜੀ ਆਪਣੇ ਆਪ ਨੂੰ ਢੱਕਣ ਲੱਗ ਪਈ। ਮੈਂ ਉੱਥੋਂ ਭੱਜ ਜਾਣਾ ਚਾਹੁੰਦਾ ਸੀ, ਪਰ ਮੇਰੇ
ਪੈਰ ਜਿਵੇਂ ਧਰਤੀ ਤੇ ਚਿਪਕ ਗਏ ਸਨ। ਆਈਡੈਕ ਨੇ ਆ ਕੇ ਮੈਨੂੰ ਗਲੋਂ ਫੜ ਲਿਆ। ਉਹ ਧੀਮੀ ਆਵਾਜ਼ 'ਚ ਬੋਲ ਰਿਹਾ ਸੀ। ਉਹਨੇ ਕਿਹਾ, ਓਏ ਮੁੰਡਿਆ, ਤੂੰ ਉਡੀਕਦਾ ਰਹੀਂ। ਤੈਨੂੰ ਛੇਤੀ ਪਤਾ ਲੱਗ ਜਾਏਗਾ ਕਿ ਆਪਣੇ ਕੰਮ ਕਰਨ ਵਾਲੀ ਥਾਂ ਛੱਡਣੀ ਤੈਨੂੰ ਕਿੰਨੀ ਮਹਿੰਗੀ ਪਏਗੀ। ਤੈਨੂੰ ਇਹਦਾ ਭੁਗਤਾਨ ਜਲਦੀ ਕਰਨਾ ਪਏਗਾ ਤੇ ਹੁਣ ਤੂੰ ਆਪਣੀ ਥਾਂ ਤੇ ਚਲਾ ਜਾ। ਕੰਮ ਖਤਮ ਹੋਣ ਤੋਂ ਅੱਧਾ ਘੰਟਾ ਪਹਿਲਾਂ ਹੀ ਕਾਪੂ ਨੇ ਸਾਰੇ ਕੰਮ ਕਰਨ ਵਾਲੇ ਇਕੱਠੇ ਕਰ ਲਏ। ਹਾਜ਼ਰੀ ਲੱਗਣੀ ਸੀ। ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਹੋਇਆ ਕੀ ਸੀ ਇੱਥੇ, ਪਰ ਮੈਨੂੰ ਪਤਾ ਸੀ। ਕਾਪੂ ਨੇ ਇੱਕ ਛੋਟੀ ਜਿਹੀ ਸਪੀਚ ਦਿੱਤੀ। ਸਾਰੇ ਆਮ ਕੈਦੀਆਂ ਨੂੰ ਕਿਸੇ ਨੂੰ ਵੀ ਕੋਈ ਹੱਕ ਨਹੀਂ ਕਿ ਉਹ ਕਿਸੇ ਦੇ ਮਸਲੇ 'ਚ ਦਖਲ ਦੇਵੇ। ਤੁਹਾਡੇ ਵਿੱਚੋਂ ਇੱਕ ਜਣੇ ਨੂੰ ਇਹ ਪਤਾ ਨਹੀਂ, ਉਹਨੂੰ ਇਹ ਗੱਲ ਸਮਝ ਨਹੀਂ ਆਈ। ਮੇਰੀ ਇਹ ਜ਼ਿੰਮੇਵਾਰੀ ਹੈ ਕਿ ਮੈਂ ਉਹਨੂੰ ਇੱਕੋ ਵਾਰੀ ਹਮੇਸ਼ਾ ਲਈ ਇਹ ਗੱਲ ਸਾਫ਼ ਕਰ ਦਿਆਂ। ਮੈਨੂੰ ਮਹਿਸੂਸ ਹੋਇਆ ਜਿਵੇਂ ਮੇਰੀ ਪਿੱਠ ਤੇ ਮੁੜਕਾ ਆਉਣ ਲੱਗ ਪਿਆ ਹੋਵੇ। ਇਹ 7713। ਮੈਂ ਅੱਗੇ ਆ ਗਿਆ। ਇੱਕ ਬਕਸਾ, ਉਹਨੇ ਹੁਕਮ ਕੀਤਾ। ਉਹ ਉਸ ਲਈ ਬਕਸਾ ਲੈ ਆਏ। ਇਸ ਤੇ ਪੈ ਜਾ, ਮੁੱਦਾ ਹੋ ਕੇ। ਮੈਂ ਉਵੇਂ ਹੀ ਕੀਤਾ। ਫਿਰ ਮੈਨੂੰ ਸਿਰਫ ਛਾਂਟੇ ਦੀ ਮਾਰ ਹੀ ਯਾਦ ਹੈ। 1 2 ਉਹਨੇ ਗਿਣਨਾ ਸ਼ੁਰੂ ਕੀਤਾ। ਇੱਕ ਤੋਂ ਦੂਜੀ ਮਾਰ ਦੇ ਵਿਚਕਾਰ ਉਹਨੇ ਸਾਹ ਲੈ ਕੇ ਮਾਰਨਾ ਸ਼ੁਰੂ ਕੀਤਾ। ਸਿਰਫ ਛਾਂਟੇ ਦੀ ਪਹਿਲੀ ਮਾਰ ਨਾਲ ਮੈਨੂੰ ਪੀੜ ਹੋਈ ਸੀ। ਮੈਂ ਉਹਨੂੰ ਗਿਣਤੀ ਕਰਦਿਆਂ ਸੁਣ ਰਿਹਾ ਸੀ। 10 11। ਉਹਦੀ ਆਵਾਜ਼ ਬੜੀ ਤਸੱਲੀ ਵਾਲੀ ਸੀ, ਜਿਵੇਂ ਕਿਸੇ ਕੰਧ ਪਿੱਛੋਂ ਆਉਂਦੀ ਹੋਵੇ। 23। 2 ਹੋਰ ਤਾਂ ਮੈਨੂੰ ਸੁੱਧ ਨਹੀਂ ਸੀ ਰਹਿਣੀ। ਕਾਪੂ ਨੇ ਉਡੀਕ ਕੀਤੀ। 24 25 ਤੇ ਬਸ। ਪਰ ਮੈਨੂੰ ਇਹਦਾ ਪਤਾ ਨਾ ਲੱਗਾ। ਮੈਂ ਬੇਹੋਸ਼ ਹੋ ਗਿਆ ਸੀ। ਮੈਨੂੰ ਥੋੜ੍ਹੀ ਸੁਰਤ ਉਸ ਵੇਲੇ ਆਈ ਜਦੋਂ ਮੇਰੇ ਸਰੀਰ ਤੇ ਕਿਸੇ ਨੇ ਠੰਡੇ ਪਾਣੀ ਦੀ ਬਾਲਟੀ ਪਾ ਦਿੱਤੀ। ਮੈਂ ਅਜੇ ਵੀ ਬਕਸੇ ਤੇ ਲੰਮਾ ਪਿਆ ਰਿਹਾ। ਮੈਨੂੰ ਬਹੁਤ ਥੋੜ੍ਹੀ ਹੋਸ਼ ਸੀ ਕਿ ਮੇਰੇ ਆਲੇ ਦੁਆਲੇ ਧਰਤੀ ਗਿੱਲੀ ਹੋ ਗਈ ਸੀ। ਫਿਰ ਮੈਂ ਇੱਕ ਉੱਚੀ ਆਵਾਜ਼ ਵਾਲੀ ਚੀਖ ਜਿਹੀ ਸੁਣੀ। ਉਹ ਜ਼ਰੂਰ ਕਾਪੂ ਹੀ ਹੋਏਗਾ। ਮੈਂ ਉਹਦੇ ਬੋਲ ਧਿਆਨ ਨਾਲ ਸੁਣਨ ਦੀ ਕੋਸ਼ਿਸ਼ ਕਰਨ ਲੱਗਾ। ਉਹ ਚੀਖ ਰਿਹਾ ਸੀ, ਉੱਠ। ਸ਼ਾਇਦ ਆਪਣੇ ਆਪ ਨੂੰ ਉੱਪਰ ਚੁੱਕਣ ਲਈ ਕੋਈ ਹਿਲਜੁਲ ਕੀਤੀ ਹੋਏਗੀ, ਕਿਉਂਕਿ ਮੈਂ ਮੁੜ ਕੇ ਬਕਸੇ ਤੇ ਡਿੱਗ ਪਿਆ ਸੀ। ਮੈਂ ਕਿੰਨਾ ਜ਼ੋਰ ਲਾ ਰਿਹਾ ਸੀ ਕਿ ਮੈਂ ਉੱਠ ਸਕਾਂ। ਉੱਠ ਕੇ ਖੜਾ ਹੋ, ਉਹ ਹੋਰ ਜ਼ੋਰ ਨਾਲ ਚੀਕ ਰਿਹਾ ਸੀ। ਜੇ ਮੈਂ ਘੱਟੋ ਘੱਟ ਉਹਨੂੰ ਜਵਾਬ ਹੀ ਦੇ ਸਕਦਾ ਕਿ ਮੈਂ ਹਿਲ ਵੀ ਨਹੀਂ ਸਕਦਾ, ਪਰ ਮੈਥੋਂ ਮੇਰੇ ਬੁੱਲ ਵੀ ਨਹੀਂ ਸਨ ਖੋਲ੍ਹੇ ਜਾ ਰਹੇ। ਆਈਡੈਕ ਦੇ ਹੁਕਮ ਕਰਨ ਤੇ 2 ਕੈਦੀਆਂ ਨੇ ਮੈਨੂੰ ਚੁੱਕਿਆ ਤੇ ਉਹਦੇ ਸਾਹਮਣੇ ਜਾ ਖੜਾ ਕੀਤਾ। ਮੇਰੀਆਂ ਅੱਖਾਂ ਵੱਲ ਦੇਖ। ਮੈਂ ਉਸ ਵੱਲ ਬਿਨਾਂ ਦੇਖਿਆਂ ਦੇਖ ਰਿਹਾ ਸੀ। ਮੈਂ ਆਪਣੇ ਪਿਤਾ ਜੀ ਬਾਰੇ ਸੋਚ ਰਿਹਾ ਸੀ। ਉਹਨਾਂ ਨੂੰ ਮੇਰੇ ਨਾਲੋਂ ਕਿਤੇ ਵੱਧ ਦਰਦ ਹੋਇਆ ਹੋਏਗਾ। ਓਏ ਹਰਾਮਜ਼ਾਦਿਆ, ਮੇਰੀ ਗੱਲ ਸੁਣ, ਬੜੀ ਠੰਡੀ ਆਵਾਜ਼ 'ਚ ਆਈਡੈਕ ਨੇ ਕਿਹਾ। ਇਹ ਤਾਂ ਤੇਰੀ ਉਤਸੁਕਤਾ ਲਈ ਸੀ। ਜੇ ਤੂੰ ਕਿਸੇ ਨੂੰ ਵੀ ਦੱਸਣ ਦੀ ਜੁਰਤ ਕੀਤੀ ਜੋ ਕੁਝ ਤੂੰ ਦੇਖਿਆ ਸੀ, ਤਾਂ ਇਸ ਤੋਂ 5 ਗੁਣਾ ਵੱਧ ਸਜ਼ਾ ਮਿਲੇਗੀ। ਸਮਝ ਆਈ? ਮੈਂ ਆਪਣਾ ਸਿਰ ਹਿਲਾਇਆ। 1 ਵਾਰੀ ਨਹੀਂ, 10 ਵਾਰੀ, ਜਿਵੇਂ ਮੇਰੇ ਸਿਰ ਨੇ ਹਾਂ ਕਹਿਣ ਦਾ ਫੈਸਲਾ ਕਰ ਲਿਆ ਸੀ ਬਿਨਾਂ ਰੁਕੇ ਤੋਂ। ਇੱਕ ਐਤਵਾਰ ਵਾਲੇ ਦਿਨ ਜਦੋਂ ਸਾਡੇ ਅੱਧੇ ਲੋਕਾਂ ਵਿੱਚ, ਜਿਨ੍ਹਾਂ 'ਚ ਮੇਰੇ ਪਿਤਾ ਜੀ ਵੀ ਸਨ, ਕੰਮ 'ਤੇ ਸਾਂ ਤੇ ਬਾਕੀਆਂ 'ਚ ਮੈਂ ਸਾਂ, ਅਸੀਂ ਛੁੱਟੀ ਵਾਲੇ ਦਿਨ ਦਾ ਫਾਇਦਾ ਲੈ ਕੇ ਅਜੇ ਆਪਣੇ ਬਿਸਤਰਿਆਂ 'ਚ ਹੀ ਪਏ ਸਾਂ। ਕੋਈ 10 ਕੁ ਵਜੇ ਹਮਲੇ ਵਾਲੇ ਘੁੱਗੂ ਬੋਲਣੇ ਸ਼ੁਰੂ ਹੋ ਗਏ। ਇਹ ਚੇਤਾਵਨੀ ਸੀ। ਬਲਾਕ ਦੇ ਸਾਰੇ ਲੀਡਰਾਂ ਨੇ ਸਾਨੂੰ ਅੰਦਰ ਹੀ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ, ਜਦੋਂ ਕਿ ਜਰਮਨ ਅਫਸਰਾਂ ਨੇ ਆਪੋ ਆਪਣੇ ਟਿਕਾਣਿਆਂ 'ਚ ਲੁਕਣਾ ਸ਼ੁਰੂ ਕਰ ਦਿੱਤਾ। ਜਿਵੇਂ ਹੁੰਦਾ ਹੀ ਏ, ਚੇਤਾਵਨੀ ਵੇਲੇ ਬਚ ਕੇ ਨਿਕਲਣਾ ਆਸਾਨ ਹੋ ਜਾਂਦਾ ਹੈ। ਗਾਰਡਾਂ ਨੇ ਆਪਣੀ ਨਿਗਰਾਨੀ ਵਾਲੀਆਂ ਥਾਵਾਂ ਛੱਡ ਕੇ ਉਹਨਾਂ ਨੇ ਕੰਡਿਆਲੀਆਂ ਤਾਰਾਂ 'ਚ ਬਿਜਲੀ ਦਾ ਕਰੰਟ ਬੰਦ ਕਰ ਦਿੱਤਾ ਸੀ। ਜਰਮਨਾਂ ਨੇ ਹੁਕਮ ਕਰ ਦਿੱਤੇ ਸਨ ਕਿ ਜੇ ਕੋਈ ਵੀ ਬਲਾਕ ਦੇ ਬਾਹਰ ਦਿਸੇ ਤਾਂ ਉਹਨੂੰ ਉਸੇ ਵੇਲੇ ਗੋਲੀ ਮਾਰ ਦਿੱਤੀ ਜਾਏ। ਕੁਝ ਮਿੰਟਾਂ ਵਿੱਚ ਹੀ ਕੈਂਪ ਕਿਸੇ ਸਮੁੰਦਰ ਵਿੱਚ ਛੱਡੇ ਹੋਏ ਜਹਾਜ਼ ਵਾਂਗ ਲੱਗ ਰਿਹਾ ਸੀ। ਕੋਈ ਵੀ ਬੰਦਾ, ਪਰਿੰਦਾ ਰਸਤਿਆਂ 'ਚ ਨਜ਼ਰ ਨਹੀਂ ਸੀ ਆ ਰਿਹਾ। ਰਸੋਈ ਨੇੜੇ 2 ਵੱਡੇ ਪਤੀਲੇ, ਜਿਨ੍ਹਾਂ 'ਚ ਸੂਪ ਸੀ, ਉਹ ਰਾਹ 'ਚ ਪਏ ਸਨ। ਉਹ ਅੱਧਿਓਂ ਵੱਧ ਭਰੇ ਹੋਣਗੇ। ਉਹਨਾਂ 'ਚ ਬਹੁਤ ਗਰਮ ਸੂਪ ਸੀ। ਉਹਨਾਂ ਵੱਡੇ ਪਤੀਲਿਆਂ ਦੀ ਕੋਈ ਵੀ ਨਿਗਰਾਨੀ ਨਹੀਂ ਸੀ ਕਰ ਰਿਹਾ। ਰਾਜਿਆਂ ਲਈ ਦਾਵਤ ਦਾ ਮੌਕਾ ਸੀ। ਉਹ ਬਿਨਾਂ ਕਿਸੇ ਪਹਿਰੇਦਾਰ ਦੇ ਲਾਲਚ ਨੂੰ ਸੱਦਾ ਦੇ ਰਹੇ ਸਨ। ਸੈਂਕੜੇ ਅੱਖਾਂ ਇਹਨਾਂ ਨੂੰ ਵੇਖ ਰਹੀਆਂ ਸਨ। ਇੱਛਾਵਾਂ ਨਾਲ ਘਿਰੇ ਹੋਏ ਲੋਕ, 2 ਲੇਲੇ, ਸੈਂਕੜੇ ਬਘਿਆੜਾਂ ਵਿੱਚ ਜਿਹੜੇ ਉਹਨਾਂ ਦੀ ਉਡੀਕ 'ਚ ਬੈਠੇ ਸਨ। 2 ਲੇਲੇ ਬਿਨਾਂ ਕਿਸੇ ਮਾਲਕ ਦੇ, ਇੱਕ ਉਪਹਾਰ, ਕੌਣ ਹਿੰਮਤ ਕਰੇਗਾ? ਆਤੰਕ ਦਾ ਦਬਦਬਾ ਭੁੱਖ ਨਾਲੋਂ ਤਕੜਾ ਸੀ। ਅਚਾਨਕ ਅਸੀਂ ਦੇਖਿਆ ਕਿ 37 ਨੰਬਰ ਬਲਾਕ ਦਾ ਬੂਹਾ ਅਚਾਨਕ ਖੁੱਲ੍ਹਿਆ। ਇੱਕ ਬੰਦਾ ਬਾਹਰ ਆਇਆ। ਉਹ ਕਿਸੇ ਸੁੰਡ ਵਾਂਗ ਰੀਂਗ ਰਿਹਾ ਸੀ ਉਹਨਾਂ ਪਤੀਲਿਆਂ ਵੱਲ।
ਸੈਂਕੜੇ ਅੱਖਾਂ ਉਹਦੀਆਂ ਹਰਕਤਾਂ ਦਾ ਪਿੱਛਾ ਕਰ ਰਹੀਆਂ ਸਨ। ਸੈਂਕੜੇ ਲੋਕ ਉਹਦੇ ਨਾਲ ਨਾਲ ਰੀਂਗ ਰਹੇ ਸਨ। ਉਹਦੇ ਨਾਲ ਨਾਲ ਬਜਰੀ ਤੇ ਉਹਨਾਂ ਦੇ ਗੋਡੇ ਵੀ ਘਿਸਰਦੇ ਜਾ ਰਹੇ ਸਨ। ਸਭ ਤੋਂ ਉੱਤੇ ਹਰ ਦਿਲ ਸਾੜੇ 'ਚ ਧੜਕ ਰਿਹਾ ਸੀ। ਉਸ ਬੰਦੇ ਨੇ ਜੁਰਤ ਕੀਤੀ ਸੀ। ਉਹ ਪਹਿਲੇ ਪਤੀਲੇ ਕੋਲ ਪਹੁੰਚ ਗਿਆ ਸੀ। ਦਿਲਾਂ ਦੀ ਧੜਕਣ ਵੱਧ ਰਹੀ ਸੀ। ਉਹ ਕਾਮਯਾਬ ਹੋ ਗਿਆ ਸੀ। ਈਰਖਾ ਸਾਨੂੰ ਖਾਣ ਲੱਗ ਪਈ ਸੀ ਤੇ ਉਹ ਸਾਨੂੰ ਕਿਸੇ ਸੁੱਕੇ ਨਾੜ ਨੂੰ ਲੱਗੀ ਅੱਗ ਵਾਂਗ ਖਾਣ ਨੂੰ ਆ ਰਹੀ ਸੀ। ਅਸੀਂ ਇੱਕ ਪਲ ਲਈ ਵੀ ਉਹਦੀ ਹਿੰਮਤ ਦੀ ਦਾਤ ਦੇਣ ਬਾਰੇ ਨਹੀਂ ਸੀ ਸੋਚਿਆ। ਵਿਚਾਰਾ ਨਾਇਕ ਸਿਰਫ ਸੂਪ ਲਈ ਖੁਦਕੁਸ਼ੀ ਕਰਨ ਲੱਗਾ ਸੀ। ਅਸੀਂ ਆਪਣੇ ਖਿਆਲਾਂ 'ਚ ਉਹਦਾ ਕਤਲ ਕਰ ਰਹੇ ਸਾਂ। ਵੱਡੇ ਪਤੀਲੇ ਕੋਲ ਲੰਮਾ ਪਿਆ ਉਹ ਹੁਣ ਉਹਦੇ ਕਿਨਾਰੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਕਮਜ਼ੋਰੀ ਕਰਕੇ ਜਾਂ ਡਰ ਕਰਕੇ ਉਹਨਾਂ ਪਤੀਲਿਆਂ ਦੇ ਨੇੜੇ ਹੀ ਪਿਆ ਰਿਹਾ। ਅਖੀਰ ਉਹਨੇ ਆਪਣੀ ਪੂਰੀ ਤਾਕਤ ਨਾਲ ਖੜਾ ਹੋਣ ਦੀ ਕੋਸ਼ਿਸ਼ ਕੀਤੀ। ਅਖੀਰ ਉਹ ਖੜਾ ਹੋ ਕੇ ਪਤੀਲੇ ਦੇ ਕਿਨਾਰੇ ਤੱਕ ਪਹੁੰਚ ਹੀ ਗਿਆ। ਇੱਕ ਪਲ ਲਈ ਜਿਵੇਂ ਉਹ ਆਪਣੇ ਆਪ ਨੂੰ ਦੇਖ ਰਿਹਾ ਹੋਵੇ, ਜਿਵੇਂ ਸੂਪ ਵਿੱਚ ਕੋਈ ਭੂਤ ਵਰਗਾ ਆਪਣਾ ਪਰਛਾਵਾਂ ਦੇਖ ਰਿਹਾ ਹੋਵੇ, ਤਾਂ ਬਿਨਾਂ ਕਿਸੇ ਕਾਰਨ ਤੋਂ ਉਹਨੇ ਵੱਡੀ ਸਾਰੀ ਚੀਕ ਮਾਰੀ। ਇਹੋ ਜਿਹੀ ਦਹਾੜ ਜਿਹੜੀ ਮੈਂ ਕਦੇ ਨਹੀਂ ਸੀ ਸੁਣੀ। ਉਹਨੇ ਮੂੰਹ ਖੋਲ ਕੇ ਅਜੇ ਵੀ ਭਾਫਾਂ ਛੱਡ ਰਹੇ ਸੂਪ ਵਿੱਚ ਆਪਣਾ ਸਿਰ ਸੁੱਟ ਦਿੱਤਾ। ਅਸੀਂ ਉਸ ਭਬੂਕੇ ਨਾਲ ਤਰਬ ਕੇ ਉਹ ਪਿੱਛੇ ਹੋ ਕੇ ਡਿੱਗ ਪਿਆ। ਗਰਮ ਸੂਪ ਨਾਲ ਉਹਦਾ ਚਿਹਰਾ ਲਿਬੜ ਗਿਆ ਸੀ। ਉਹ ਕੁਝ ਚਿਰ ਤੜਫਦਾ ਰਿਹਾ। ਉਸ ਪਤੀਲੇ ਕੋਲ ਪਿਆ। ਉਸ ਪਿੱਛੋਂ ਫਿਰ ਉਹ ਕਦੇ ਵੀ ਨਹੀਂ ਸੀ ਹਿੱਲਿਆ। ਫਿਰ ਅਸੀਂ ਹਵਾਈ ਜਹਾਜ਼ਾਂ ਦੀ ਆਵਾਜ਼ ਸੁਣੀ। ਸਾਰੀਆਂ ਦੀਆਂ ਸਾਰੀਆਂ ਬੈਰਕਾਂ ਹਿੱਲਣ ਲੱਗ ਪਈਆਂ। ਉਹ ਬੂਨਾਂ ਤੇ ਬੰਬਾਰੀ ਕਰ ਰਹੇ ਨੇ, ਕਿਸੇ ਨੇ ਕਿਹਾ। ਮੈਨੂੰ ਮੇਰੇ ਪਿਤਾ ਜੀ ਯਾਦ ਆਉਣ ਲੱਗ ਪਏ, ਪਰ ਮੈਂ ਹੁਣ ਖੁਸ਼ ਵੀ ਸੀ। ਸਾਰੇ ਦਾ ਸਾਰਾ ਕੈਂਪ ਤਹਿਸ ਨਹਿਸ ਹੁੰਦਾ ਦੇਖਣਾ ਵੀ ਇੱਕ ਬਦਲਾ। ਅਸੀਂ ਜਰਮਨ ਫੌਜਾਂ ਦੀ ਹਾਰ ਬਾਰੇ ਕਈ ਗੱਲਾਂ ਸੁਣੀਆਂ ਹੋਈਆਂ ਸਨ, ਜਿਹੜੀਆਂ ਅੱਡੋ ਅੱਡ ਲੜਾਈਆਂ 'ਚ ਹੋਈਆਂ ਸਨ, ਪਰ ਸਾਨੂੰ ਇਹ ਪਤਾ ਨਹੀਂ ਸੀ ਕਿ ਇਹਨਾਂ ਗੱਲਾਂ 'ਤੇ ਕਿੰਨਾ ਕੁ ਭਰੋਸਾ ਕੀਤਾ ਜਾ ਸਕਦਾ ਹੈ। ਪਰ ਅੱਜ ਤਾਂ ਅਸਲੀਅਤ ਸਾਡੇ ਸਾਹਮਣੇ ਸੀ। ਸਾਨੂੰ ਡਰ ਨਹੀਂ ਸੀ ਲੱਗਦਾ। ਪਰ ਜੇ ਇੱਕ ਵੀ ਬੰਬ ਕਿਸੇ ਬਲਾਕ 'ਤੇ ਡਿੱਗ ਪੈਂਦਾ ਤਾਂ ਇਸ ਇਕੱਲੇ ਬੰਬ ਨੇ ਸੈਂਕੜੇ ਜਾਨਾਂ ਲੈ ਲੈਣੀਆਂ ਸਨ। ਪਰ ਹੁਣ ਸਾਨੂੰ ਮੌਤ ਕੋਲੋਂ ਡਰ ਨਹੀਂ ਸੀ ਆਉਂਦਾ। ਕੁਝ ਵੀ ਹੋ ਜਾਏ, ਮੌਤ ਤੋਂ ਤਾਂ ਨਹੀਂ। ਇੱਕ ਇੱਕ ਬੰਬ ਡਿੱਗ ਕੇ ਜਦੋਂ ਫਟਦਾ ਸੀ ਤਾਂ ਸਾਨੂੰ ਬੇਹੱਦ ਖੁਸ਼ੀ ਹੁੰਦੀ ਸੀ ਤੇ ਇਸ ਨਾਲ ਜ਼ਿੰਦਗੀ 'ਚ ਸਾਡਾ ਹੌਸਲਾ ਹੋਰ ਪੱਕਾ ਹੋ ਰਿਹਾ ਸੀ। ਹਮਲਾ ਕੋਈ 1 ਘੰਟੇ ਤੋਂ ਵੀ ਬਹੁਤਾ ਚਿਰ ਹੁੰਦਾ ਰਿਹਾ। ਹੋ ਸਕਦਾ ਸੀ ਕਿ ਉਹ 10 ਗੁਣਾ ਵੱਧ ਸਮੇਂ ਤੱਕ ਜਾਰੀ ਰਹਿੰਦਾ। 10 ਘੰਟੇ। ਇੱਕ ਵਾਰੀ ਫਿਰ ਸਾਰੇ ਪਾਸੇ ਚੁੱਪ ਛਾ ਗਈ। ਅਮਰੀਕਨ ਜਹਾਜ਼ ਦੀ ਆਖਰੀ ਆਵਾਜ਼ ਵੀ ਦੂਰ ਹੁੰਦੀ ਬੰਦ ਹੋ ਗਈ। ਅਸੀਂ ਦੁਬਾਰਾ ਆਪਣੇ ਆਪ ਨੂੰ ਉਸ ਮੁਰਦਾ ਘਾਟ 'ਚ ਮਹਿਸੂਸ ਕਰ ਰਹੇ ਸਾਂ। ਸੰਘਣਾ ਧੂੰਆਂ ਅਸਮਾਨ 'ਚ ਉੱਠਦਾ ਨਜ਼ਰ ਆ ਰਿਹਾ ਸੀ। ਖਤਰੇ ਵਾਲੇ ਘੁੱਗੂ ਇੱਕ ਵਾਰ ਫਿਰ ਵੱਜਣੇ ਸ਼ੁਰੂ ਹੋ ਗਏ ਸਨ। ਹੁਣ ਇਹ ਚੇਤਾਵਨੀ ਦੇ ਅੰਤ ਵੱਲ ਇਸ਼ਾਰਾ ਸੀ। ਹਰ ਕੋਈ ਆਪੋ ਆਪਣੇ ਬਲਾਕ 'ਚੋਂ ਬਾਹਰ ਆ ਗਿਆ ਸੀ। ਸਾਡੇ ਫੇਫੜੇ ਅੱਗ ਤੇ ਧੂਏ ਭਰੀ ਹਵਾ ਨਾਲ ਭਰ ਚੁੱਕੇ ਸਨ ਤੇ ਸਾਡੀਆਂ ਅੱਖਾਂ ਕਿਸੇ ਉਮੀਦ ਨਾਲ ਚਮਕ ਰਹੀਆਂ ਸਨ। ਇਹ ਬੰਬ ਕੈਂਪ ਦੇ ਵਿਚਕਾਰ ਵਾਲੇ ਚੁਰਸਤੇ 'ਚ ਡਿੱਗਿਆ ਸੀ, ਜਿੱਥੇ ਅਸੀਂ ਇਕੱਠੇ ਹੋਇਆ ਕਰਦੇ ਸਾਂ, ਪਰ ਇਹ ਫਟਿਆ ਨਹੀਂ ਸੀ। ਅਸੀਂ ਇਹਨੂੰ ਕੈਂਪ ਦੇ ਬਾਹਰ ਸੁੱਟ ਆਏ ਸਾਂ। ਸਾਰੇ ਕੈਂਪ ਦਾ ਇੰਚਾਰਜ ਆਪਣੇ ਨਾਲ ਸਭ ਤੋਂ ਸੀਨੀਅਰ ਕਾਪੋ ਨੂੰ ਲੈ ਕੇ ਸਾਰੇ ਰਸਤਿਆਂ ਦਾ ਮੁਆਇਨਾ ਕਰ ਰਿਹਾ ਸੀ। ਹਮਲੇ ਨਾਲ ਪਰੇਸ਼ਾਨੀ ਦੀਆਂ ਲਕੀਰਾਂ ਉਹਦੇ ਚਿਹਰੇ 'ਤੇ ਸਾਫ਼ ਨਜ਼ਰ ਆ ਰਹੀਆਂ ਸਨ। ਕੈਂਪ ਦੇ ਵਿਚਕਾਰ ਉਸ ਆਦਮੀ ਦੀ ਲਾਸ਼ ਪਈ ਸੀ, ਜਿਹਦੇ ਚਿਹਰੇ 'ਤੇ ਸੂਪ ਅਜੇ ਵੀ ਦਿਸ ਰਿਹਾ ਸੀ। ਇਕੱਲਾ ਬਦਕਿਸਮਤ ਸ਼ਿਕਾਰ ਪਤੀਲੇ ਉਹ ਰਸੋਈ 'ਚ ਲੈ ਗਏ ਸਨ। ਜਰਮਨ ਫੌਜੀ ਮੁੜ ਆਪੋ ਆਪਣੀ ਨਿਗਰਾਨੀ ਵਾਲੀ ਥਾਂ 'ਤੇ ਜਾ ਕੇ ਡਟ ਗਏ ਸਨ। ਆਪੋ ਆਪਣੀਆਂ ਮਸ਼ੀਨ ਗੰਨਾਂ ਪਿੱਛੇ ਜੰਗ 'ਚ ਵਕਫਾ ਆ ਗਿਆ ਸੀ। 1 ਘੰਟੇ ਪਿੱਛੋਂ ਅਸੀਂ ਦੇਖਿਆ ਕਿ ਸਾਰੇ ਕਾਮੇ ਵਾਪਸ ਜਾ ਰਹੇ ਸਨ, ਲੈਫਟ ਰਾਈਟ ਕਰਦੇ ਹੋਏ। ਮੈਨੂੰ ਖੁਸ਼ੀ ਹੋਈ ਜਦੋਂ ਮੈਂ ਆਪਣੇ ਪਿਤਾ ਜੀ ਨੂੰ ਦੇਖਿਆ। ਕਈ ਇਮਾਰਤਾਂ ਢਹਿ ਚੁੱਕੀਆਂ ਹਨ, ਉਹਨਾਂ ਨੇ ਕਿਹਾ, ਪਰ ਕਾਰਖਾਨਾ ਬਚ ਗਿਆ। ਉਸ ਦਿਨ ਦੁਪਹਿਰ ਪਿੱਛੋਂ ਅਸੀਂ ਖੁਸ਼ੀ ਨਾਲ ਮਲਬਾ ਸਾਫ਼ ਕਰਨ ਚਲੇ ਗਏ। ਕੋਈ 1 ਹਫ਼ਤੇ ਪਿੱਛੋਂ ਜਦੋਂ ਅਸੀਂ ਕੰਮ ਤੋਂ ਮੁੜ ਕੇ ਆ ਰਹੇ ਸਾਂ, ਅਸਾਂ ਦੇਖਿਆ ਕਿ ਚੌਕ 'ਚ ਜਿੱਥੇ ਸਾਨੂੰ ਇਕੱਠੇ ਕੀਤਾ ਜਾਂਦਾ ਸੀ, ਉੱਥੇ ਇੱਕ ਫਾਂਸੀ ਦਾ ਫੰਦਾ ਖੜਾ ਸੀ। ਸਾਨੂੰ ਦੱਸਿਆ ਗਿਆ ਸੀ ਕਿ ਹਾਜ਼ਰੀ ਲੱਗਣ ਤੱਕ ਸੂਪ ਨਹੀਂ ਸੀ ਮਿਲਣਾ, ਇਸ ਲਈ ਆਮ ਨਾਲੋਂ ਵੀ ਬਹੁਤਾ ਚਿਰ ਲੱਗ ਰਿਹਾ ਸੀ। ਹੁਕਮ ਥੋੜ੍ਹੇ ਹੋਰ ਤਿੱਖੇ ਲਹਿਜੇ 'ਚ ਦਿੱਤੇ ਗਏ ਸਨ। ਆਮ ਦਿਨਾਂ ਨਾਲੋਂ ਇਹ ਕੁਝ ਹਟ ਕੇ ਹੁਕਮ ਸੀ। ਹਵਾ 'ਚ ਕਈ ਕਿਸਮ ਦੀਆਂ ਅਫਵਾਹਾਂ ਉੱਡ ਰਹੀਆਂ ਸਨ। ਆਪਣੇ ਸਿਰ ਨੰਗੇ ਕਰੋ, ਅਚਾਨਕ ਕੈਂਪ ਦੇ ਇੰਚਾਰਜ ਦਾ ਹੁਕਮ ਸੀ। ਕੋਈ 10,000 ਟੋਪੀਆਂ ਇੱਕੋ ਵਾਰੀ ਉਤਰ ਗਈਆਂ। ਆਪਣੇ ਸਿਰ ਢੱਕੋ,
ਕੋਈ 10,000 ਟੋਪੀਆਂ ਇੱਕਦਮ ਸਿਰਾਂ ਤੇ ਸਨ। ਇਹ ਸਭ ਕੁਝ ਬਿਜਲੀ ਵਾਲੀ ਫੁਰਤੀ ਨਾਲ ਹੋਇਆ ਸੀ। ਕੈਂਪ ਵਾਲਾ ਵੱਡਾ ਬੂਹਾ ਖੁੱਲਿਆ। ਜਰਮਨ ਫੌਜੀ ਅੰਦਰ ਆਏ ਤੇ ਉਹਨਾਂ ਨੇ ਆ ਕੇ ਸਾਨੂੰ ਘੇਰ ਲਿਆ। ਹਰ 3 ਕਦਮ ਤੇ ਇੱਕ ਜਰਮਨ ਫੌਜੀ ਖੜਾ ਸੀ। ਉੱਤੇ ਨਿਗਰਾਨੀ ਵਾਲੇ ਟਾਵਰਾਂ ਤੇ ਮਸ਼ੀਨ ਗੰਨਾਂ ਸਾਡੇ ਵੱਲ ਤਣ ਗਈਆਂ ਸਨ। ਇਹਨਾਂ ਨੂੰ ਗੜਬੜ ਹੋਣ ਤੋਂ ਡਰ ਲੱਗਦਾ ਹੈ, ਜੂਲੀਏਟ ਨੇ ਹੌਲੀ ਜਿਹੀ ਕਿਹਾ। 2 ਜਰਮਨ ਫੌਜੀ ਕੈਦੀਆਂ ਵਾਲੀ ਜੇਲ੍ਹ ਵੱਲ ਗਏ। ਉਹਨਾਂ ਵਿਚਕਾਰ ਇੱਕ ਸਜ਼ਾ ਯਾਫਤਾ ਬੰਦਾ ਸੀ। ਉਹ ਵਾਰਸਾ ਵਾਲਾ ਜਵਾਨ ਮੁੰਡਾ ਸੀ। ਉਹਨੇ ਨਜ਼ਰਬੰਦ ਕੈਂਪ ਵਿੱਚ 3 ਕੁ ਸਾਲ ਦਾ ਸਮਾਂ ਬਿਤਾਇਆ ਸੀ। ਉਹ ਬੜਾ ਤਕੜਾ ਜਵਾਨ ਸੀ, ਤਕੜੇ ਜੁੱਸੇ ਵਾਲਾ। ਮੇਰੇ ਮੁਕਾਬਲੇ 'ਚ ਤਾਂ ਉਹ ਦੈਂਤ ਲੱਗਦਾ ਸੀ। ਉਹਦੀ ਪਿੱਠ ਫਾਂਸੀ ਦੇ ਫੰਦੇ ਵੱਲ ਸੀ। ਉਹਦਾ ਚਿਹਰਾ ਜੱਜ ਵੱਲ ਸੀ, ਜਿਹੜਾ ਕੈਂਪ ਦਾ ਇੰਚਾਰਜ ਸੀ। ਉਹ ਪੀਲਾ ਜਿਹਾ ਲੱਗ ਰਿਹਾ ਸੀ। ਡਰ ਨਾਲੋਂ ਬਹੁਤਾ ਉਹ ਅੰਦਰੋਂ ਹਿੱਲ ਗਿਆ ਲੱਗਦਾ ਸੀ। ਉਹਦੇ ਹੱਥ, ਕੜੀ ਵਿੱਚ ਵੱਜੇ ਹੱਥ, ਕੰਬ ਨਹੀਂ ਸਨ ਰਹੇ। ਉਹਦੀਆਂ ਅੱਖਾਂ ਸੈਂਕੜੇ ਜਰਮਨ ਫੌਜੀਆਂ ਨੂੰ ਤੇ ਹਜ਼ਾਰਾਂ ਕੈਦੀਆਂ ਨੂੰ, ਜਿਹੜੇ ਉਹਦੇ ਆਲੇ ਦੁਆਲੇ ਖੜੇ ਸਨ, ਕਿਸੇ ਸਰਸਰੀ ਨਿਗਾਹ ਨਾਲ ਵੇਖ ਰਹੀਆਂ ਸਨ। ਕੈਂਪ ਦੇ ਇੰਚਾਰਜ ਨੇ ਆਪਣੀ ਸਜ਼ਾ ਸੁਣਾਉਣੀ ਸ਼ੁਰੂ ਕੀਤੀ। ਹਰ ਫਿਕਰਾ ਉਹ ਜ਼ੋਰ ਦੇ ਕੇ ਰੋਕ ਕੇ ਬੋਲ ਰਿਹਾ ਸੀ। ਹਿਟਲਰ ਦੇ ਨਾਂ ਹੇਠ ਕੈਦੀ ਨੰਬਰ ਡੈਸ਼ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ। ਇਹ ਦੂਜੇ ਕੈਦੀਆਂ ਲਈ ਚੇਤਾਵਨੀ ਤੇ ਉਦਾਹਰਨ ਹੋਣੀ ਚਾਹੀਦੀ ਹੈ। ਕੋਈ ਵੀ ਨਹੀਂ ਸੀ ਹਿੱਲਿਆ। ਮੈਨੂੰ ਆਪਣਾ ਧੜਕਦਾ ਦਿਲ ਸੁਣ ਰਿਹਾ ਸੀ। ਜਿਹੜੇ ਹਜ਼ਾਰਾਂ ਲੋਕ ਹਰ ਰੋਜ਼ ਔਸਵਿਟਸ ਦੇ ਬਰਕਨਾਊ 'ਚ ਭੱਠੀਆਂ 'ਚ ਸੜ ਕੇ ਮਰਦੇ ਸਨ, ਮੈਨੂੰ ਬਿਲਕੁਲ ਵੀ ਪਰੇਸ਼ਾਨ ਨਹੀਂ ਸਨ ਕਰਦੇ। ਪਰ ਇਹ ਮੁੰਡਾ ਜਿਹੜਾ ਫਾਂਸੀ ਦੇ ਕੋਲ ਖੜਾ ਸੀ, ਮੇਰੇ ਤੇ ਹਾਵੀ ਸੀ। ਤੈਨੂੰ ਕੀ ਲੱਗਦਾ ਹੈ ਕਿ ਇਹ ਰਸਮ ਛੇਤੀ ਖਤਮ ਹੋ ਜਾਏਗੀ? ਮੈਨੂੰ ਭੁੱਖ ਲੱਗੀ ਹੈ, ਜੂਲੀਏਟ ਨੇ ਕੰਨ ਕੋਲ ਆ ਕੇ ਕਿਹਾ। ਕੈਂਪ ਇੰਚਾਰਜ ਵੱਲੋਂ ਜਦੋਂ ਇਸ਼ਾਰਾ ਹੋਇਆ ਤਾਂ ਲੈਗਰ ਕਾਪੋ, ਸਭ ਤੋਂ ਸੀਨੀਅਰ ਕਾਪੋ, ਉਸ ਸਜ਼ਾ ਯਾਫਤਾ ਬੰਦੇ ਵੱਲ ਵਧਿਆ। 2 ਕੈਦੀਆਂ ਨੇ ਇਸ ਕੰਮ 'ਚ ਉਹਦੀ ਮਦਦ ਕੀਤੀ। 2 ਪਲੇਟਾਂ ਸੂਪ ਦੀਆਂ। ਕਾਪੋ ਦੋਸ਼ੀ ਦੀਆਂ ਅੱਖਾਂ ਤੇ ਪੱਟੀ ਬੰਨ੍ਹਣੀ ਚਾਹੁੰਦਾ ਸੀ, ਪਰ ਉਹਨੇ ਨਾ ਕਰ ਦਿੱਤੀ। ਕਾਫੀ ਪਲਾਂ ਦੀ ਉਡੀਕ ਪਿੱਛੋਂ ਸਜ਼ਾ ਦੇਣ ਵਾਲੇ ਨੇ ਉਹਦੀ ਗਰਦਨ ਦੁਆਲੇ ਰੱਸਾ ਪਾ ਦਿੱਤਾ। ਹੁਣ ਉਹਨੇ ਆਪਣੇ ਮਦਦਗਾਰਾਂ ਨੂੰ ਇਸ਼ਾਰਾ ਕਰਨਾ ਸੀ ਕਿ ਉਹ ਕੈਦੀ ਦੇ ਪੈਰਾਂ ਹੇਠੋਂ ਕੁਰਸੀ ਕੱਢ ਦੇਣ। ਉਸ ਵੇਲੇ ਕੈਦੀ ਦੀ ਬੜੀ ਸ਼ਾਂਤ ਤੇ ਸਖਤ ਆਵਾਜ਼ ਆਈ, ਆਜ਼ਾਦੀ ਜ਼ਿੰਦਾਬਾਦ, ਜਰਮਨੀ ਮੁਰਦਾਬਾਦ, ਮੁਰਦਾਬਾਦ। ਸਜ਼ਾ ਦੇਣ ਵਾਲਿਆਂ ਨੇ ਆਪਣਾ ਕੰਮ ਪੂਰਾ ਕੀਤਾ। ਇੱਕ ਹੁਕਮ ਹਵਾ 'ਚ ਤਲਵਾਰ ਵਾਂਗ ਸੁਣਿਆ, ਆਪਣੇ ਸਿਰ ਨੰਗੇ ਕਰੋ। 10,000 ਕੈਦੀਆਂ ਨੇ ਆਪਣੀ ਆਖਰੀ ਅਲਵਿਦਾ ਆਖੀ। ਆਪਣੇ ਸਿਰ ਢੱਕ ਲਓ। ਫਿਰ ਪੂਰਾ ਕੈਂਪ, ਬਲਾਕ ਪਿੱਛੇ ਬਲਾਕ ਨੇ ਉਸ ਫਾਂਸੀ ਦਿੱਤੇ ਬੰਦੇ ਦੇ ਅੱਗੋਂ ਲੰਘਣਾ ਸੀ ਤੇ ਉਹਦੀਆਂ ਅੱਧ-ਮੁੰਦੀਆਂ ਅੱਖਾਂ ਵੱਲ ਦੇਖਣਾ ਸੀ ਤੇ ਬਾਹਰ ਨਿਕਲ ਕੇ ਲਮਕ ਰਹੀ ਜੀਪ ਨੂੰ ਵੇਖਣਾ ਸੀ। ਕਾਪੋ ਇੰਚਾਰਜ ਸਭ ਨੂੰ ਨੀਝ ਲਾ ਕੇ ਦੇਖ ਰਹੇ ਸਨ ਕਿ ਫਾਂਸੀ ਦਿੱਤੇ ਬੰਦੇ ਦੇ ਚਿਹਰੇ ਵੱਲ ਦੇਖ ਰਹੇ ਸਨ ਜਾਂ ਨਹੀਂ। ਮਾਰਚ ਤੋਂ ਪਿੱਛੋਂ ਸਾਨੂੰ ਆਪਣੇ ਖਾਣੇ ਵੱਲ ਜਾਣ ਦੀ ਆਗਿਆ ਸੀ। ਮੈਨੂੰ ਯਾਦ ਹੈ ਕਿ ਉਸ ਸ਼ਾਮ ਨੂੰ ਮੈਨੂੰ ਸੂਪ ਬਹੁਤ ਸਵਾਦ ਲੱਗਾ ਸੀ। ਮੈਂ ਹੋਰ ਕਈ ਬੰਦੇ ਫਾਂਸੀ ਚੜ੍ਹਦੇ ਦੇਖੇ ਸੀ। ਮੈਂ ਕਦੇ ਕਿਸੇ ਨੂੰ ਵੀ ਫਾਂਸੀ ਚੜ੍ਹਨ ਵੇਲੇ ਰੋਂਦਿਆਂ ਨਹੀਂ ਸੀ ਵੇਖਿਆ। ਉਹਨਾਂ ਦੇ ਸੁੱਕੇ ਹੋਏ ਪਿੰਜਰ ਸਰੀਰ ਹੰਝੂਆਂ ਦਾ ਕੌੜਾ ਸਵਾਦ ਭੁੱਲ ਚੁੱਕੇ ਸਨ, ਸਿਰਫ ਇੱਕ ਨੂੰ ਛੱਡ ਕੇ। ਉਹ ਓਬਰ ਕਾਪੋ, ਕੈਂਪ ਬਲਾਕ ਦਾ ਵੱਡਾ ਇੰਚਾਰਜ, 52ਵੀਂ ਕੇਬਲ ਯੂਨਿਟ ਦਾ ਇੰਚਾਰਜ ਸੀ। ਉਹ ਡੱਚ, ਨੀਦਰਲੈਂਡ ਵਾਸੀ ਨੂੰ ਡੱਚ ਕਹਿੰਦੇ ਨੇ, ਸੀ। ਉਹ ਵੱਡਾ ਸਾਰਾ ਬੰਦਾ ਬੜੇ ਤਕੜੇ ਜੁੱਸੇ ਵਾਲਾ ਸੀ ਤੇ ਕੋਈ 6 ਫੁੱਟ ਤੋਂ ਵੀ ਲੰਮੇ ਕੱਦ ਵਾਲਾ ਸੀ। ਉਹ 700 ਕੈਦੀਆਂ ਨੂੰ ਸੰਭਾਲਦਾ ਸੀ ਤੇ ਉਹ ਵੀ ਉਹਨੂੰ ਪਿਆਰ ਕਰਦੇ ਸਨ ਤੇ ਉਹਨੂੰ ਵੱਡੇ ਭਰਾ ਵਾਂਗ ਮੰਨਦੇ ਸਨ। ਕਦੇ ਕਿਸੇ ਨੇ ਉਹਦੇ ਹੱਥੋਂ ਮਾਰ ਨਹੀਂ ਸੀ ਖਾਧੀ। ਇਹ ਕਹਿਣਾ ਕਿ ਕਿਸੇ ਨੂੰ ਉਹਨੇ ਉਂਗਲ ਵੀ ਲਾਈ ਹੋਵੇ ਤਾਂ ਉਹਦੇ ਬੋਲਾਂ ਦੀ ਬੇਇੱਜ਼ਤੀ ਸੀ। ਉਹਨੂੰ ਮਦਦ ਕਰਨ ਲਈ ਇੱਕ ਛੋਟਾ ਮੁੰਡਾ ਸੀ ਜਿਹਨੂੰ ਪਿੱਪਲ ਕਹਿੰਦੇ ਸਨ। ਜਿਵੇਂ ਉਹਨਾਂ ਬਾਰੇ ਕਿਹਾ ਜਾਂਦਾ ਸੀ ਕਿ ਉਹਨਾਂ ਦਾ ਚਿਹਰਾ ਬੱਚਿਆਂ ਵਰਗਾ ਸੀ, ਇਸ ਕੈਂਪ ਵਿੱਚ ਕਦੇ ਵੀ ਉਹਨੂੰ ਅਜਿਹਾ ਨਹੀਂ ਸੀ ਕਿਹਾ ਗਿਆ। ਬੂਨਾ ਕੈਂਪ ਵਿੱਚ ਪਿੱਪਲ ਨੂੰ ਨਫ਼ਰਤ ਨਾਲ ਵੇਖਿਆ ਜਾਂਦਾ ਸੀ। ਉਹ ਅਕਸਰ ਵੱਡਿਆਂ ਨਾਲੋਂ ਵੀ ਬਹੁਤੇ ਜ਼ਾਲਮ ਹੁੰਦੇ ਸਨ। ਮੈਂ ਇੱਕ ਵਾਰੀ 13 ਸਾਲਾਂ ਦੇ ਮੁੰਡੇ ਨੂੰ ਆਪਣੇ ਪਿਤਾ ਨੂੰ ਮਾਰਦਿਆਂ ਵੇਖਿਆ ਸੀ, ਕਿਉਂਕਿ ਉਹਦੇ ਪਿਤਾ ਨੇ ਉਹਦਾ ਬਿਸਤਰਾ ਠੀਕ ਤਰ੍ਹਾਂ ਨਹੀਂ ਸੀ ਵਿਛਾਇਆ। ਉਹ ਬਜ਼ੁਰਗ ਹੌਲੀ ਹੌਲੀ ਰੋ ਰਿਹਾ ਸੀ ਜਦੋਂ ਕਿ ਉਹ ਮੁੰਡਾ ਚੀਕ ਰਿਹਾ ਸੀ,
ਜੇ ਤੂੰ ਰੋਣਾ ਬੰਦ ਨਾ ਕੀਤਾ ਤਾਂ ਮੈਂ ਤੇਰੇ ਲਈ ਡਬਲ ਰੋਟੀ ਕਦੇ ਵੀ ਨਹੀਂ ਲੈ ਕੇ ਆਵਾਂਗਾ। ਸਮਝ ਆਈ ਤੈਨੂੰ? ਉਸ ਵੱਡੇ ਸਾਰੇ ਡੱਚ ਦੇ ਇਸ ਛੋਟੇ ਮੁੰਡੇ ਨੂੰ ਸਾਰੇ ਪਿਆਰ ਕਰਦੇ ਸਨ। ਉਹਦਾ ਚਿਹਰਾ ਕਿਸੇ ਉਦਾਸ ਦੇਵਤੇ ਵਰਗਾ ਲੱਗਦਾ ਸੀ। ਇੱਕ ਦਿਨ ਬੂਨਾ ਵਿੱਚ ਬਿਜਲੀ ਦਾ ਪਾਵਰ ਸਟੇਸ਼ਨ ਤਬਾਹ ਹੋ ਗਿਆ ਸੀ। ਜਰਮਨ ਅਫਸਰਾਂ ਨੇ ਜਦੋਂ ਮੁਆਇਨਾ ਕੀਤਾ ਤਾਂ ਉਹਨਾਂ ਨੂੰ ਕਿਸੇ ਦੇ ਜਾਣਬੁੱਝ ਕੇ ਤਬਾਹੀ ਕੀਤੀ ਹੋਣ ਦਾ ਸ਼ੱਕ ਹੋਇਆ। ਉਹਨਾਂ ਨੇ ਉਹਦਾ ਖੁਰਾ ਖੋਜ ਕੱਢਿਆ, ਜਿਹੜਾ ਉਹਨਾਂ ਨੂੰ ਉਸ ਡੱਚ ਓਬਰ ਕਾਪੋ ਵੱਲ ਇਸ਼ਾਰਾ ਕਰਦਾ ਸੀ। ਜਦੋਂ ਛਾਣਬੀਨ ਕੀਤੀ ਗਈ ਤਾਂ ਉਹਨਾਂ ਨੂੰ ਬੜੇ ਹਥਿਆਰ ਇਕੱਠੇ ਕੀਤੇ ਹੋਏ ਮਿਲੇ। ਉਸ ਡੱਚ ਓਬਰ ਕਾਪੋ ਨੂੰ ਝੱਟ ਗ੍ਰਿਫਤਾਰ ਕਰ ਲਿਆ ਗਿਆ। ਉਹਨੂੰ ਕਈਆਂ ਹਫ਼ਤਿਆਂ ਤੱਕ ਕੁੱਟਿਆ ਮਾਰਿਆ ਗਿਆ, ਪਰ ਕੁਝ ਵੀ ਪਤਾ ਨਾ ਲੱਗਾ। ਉਹਨੇ ਇੱਕ ਵੀ ਨਾਮ ਨਹੀਂ ਸੀ ਲਿਆ। ਆਸਵਿਟਜ਼ ਵਿੱਚ ਭੇਜ ਦਿੱਤਾ ਗਿਆ। ਉਸ ਪਿੱਛੋਂ ਅਸੀਂ ਉਸ ਬਾਰੇ ਕੋਈ ਖਬਰ ਨਹੀਂ ਸੀ ਸੁਣੀ। ਪਰ ਉਹ ਛੋਟਾ ਮੁੰਡਾ ਇੱਥੇ ਕੈਦ ਵਿੱਚ ਸੀ। ਉਹਦੀ ਵੀ ਬੜੀ ਕੁੱਟਮਾਰ ਹੋਈ, ਪਰ ਉਹਨੇ ਵੀ ਕੁਝ ਨਹੀਂ ਸੀ ਦੱਸਿਆ। ਤਾਂ ਜਰਮਨ ਅਫਸਰਾਂ ਨੇ ਉਹਨੂੰ ਮੌਤ ਦੀ ਸਜ਼ਾ ਦੇ ਦਿੱਤੀ। ਉਹਦੇ ਨਾਲ ਦੇ ਦੋ ਹੋਰ ਕੈਦੀ ਵੀ ਸਨ ਜਿਨ੍ਹਾਂ ਨੂੰ ਸਜ਼ਾ ਹੋਈ ਸੀ, ਤੇ ਉਹਨਾਂ ਕੋਲੋਂ ਵੀ ਅਸਲਾ ਬਰਾਮਦ ਹੋਇਆ ਸੀ। ਉਸ ਦਿਨ ਜਦੋਂ ਅਸੀਂ ਕੰਮ ਤੋਂ ਵਾਪਸ ਆ ਰਹੇ ਸਾਂ ਤਾਂ ਚੌਕ 'ਚ ਅਸੀਂ 3 ਫਾਂਸੀ ਦੇ ਫੰਦੇ ਦੇਖੇ, ਜਿਨ੍ਹਾਂ ਨੂੰ ਲਾਇਆ ਜਾ ਰਿਹਾ ਸੀ। 3 ਕਾਲੇ ਕਾਂ। ਹਾਜ਼ਰੀ ਲੱਗੀ। ਸਾਡੇ ਸਾਰੇ ਪਾਸੇ ਜਰਮਨ ਅਫਸਰ ਸਨ। ਮਸ਼ੀਨ ਗੰਨਾਂ ਦੇ ਮੂੰਹ ਸਾਡੇ ਵੱਲ ਤੈਨਾਤ ਸਨ। ਇੱਕ ਪਰੰਪਰਾਗਤ ਰਸਮ ਦੀ ਤਿਆਰੀ। 3 ਦੋਸ਼ੀ ਹੱਥਕੜੀਆਂ 'ਚ। ਉਹਨਾਂ 'ਚੋਂ ਇੱਕ ਛੋਟਾ ਜਿਹਾ ਮੁੰਡਾ ਨੌਕਰ, ਉਦਾਸੀਆਂ ਹੋਈਆਂ ਅੱਖਾਂ ਵਾਲਾ ਦੇਵਤਾ ਚਿਹਰਾ। ਜਰਮਨ ਅਫਸਰ ਅੱਜ ਬਹੁਤ ਰੁਝੇਵੇਂ ਵਿੱਚ ਸਨ ਤੇ ਉਹ ਆਮ ਨਾਲੋਂ ਵੱਧ ਖਿਲਰੇ ਹੋਏ ਆਪਣੇ ਕੰਮ ਕਰ ਰਹੇ ਸਨ। ਇੱਕ ਛੋਟੇ ਜਿਹੇ ਮੁੰਡੇ ਨੂੰ ਫਾਂਸੀ ਲਾਉਣਾ ਤੇ ਉਹ ਵੀ ਹਜ਼ਾਰਾਂ ਕੈਦੀਆਂ ਅੱਗੇ, ਇਹ ਕੋਈ ਛੋਟਾ ਮੋਟਾ ਕੰਮ ਤਾਂ ਨਹੀਂ ਸੀ। ਸਾਰੀਆਂ ਅੱਖਾਂ ਉਸ ਬੱਚੇ ਨੂੰ ਦੇਖ ਰਹੀਆਂ ਸਨ। ਉਹ ਪੀਲਾ ਪੈ ਗਿਆ ਲੱਗਦਾ ਸੀ, ਸ਼ਾਂਤ ਸੀ ਤੇ ਆਪਣੇ ਬੁੱਲ੍ਹ ਟੁੱਕ ਰਿਹਾ ਸੀ। ਫਾਂਸੀ ਦੇ ਫੰਦਿਆਂ ਦੀ ਛਾਂ ਉੱਤੇ ਪੈ ਰਹੀ ਸੀ। ਇਸ ਵਾਰ ਲਾਗਰ ਕਾਪੋ ਨੇ ਆਪਣੀ ਡਿਊਟੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਹਦੀ ਥਾਂ 3 ਜਰਮਨ ਅਫਸਰ ਆ ਗਏ। ਤਿੰਨੇ ਦੋਸ਼ੀਆਂ ਨੂੰ ਕੁਰਸੀਆਂ ਤੇ ਖੜਾ ਕੀਤਾ ਹੋਇਆ ਸੀ। ਤਿੰਨੇ ਗਰਦਨਾਂ ਵਿੱਚ ਇੱਕੋ ਸਮੇਂ ਫਾਂਸੀ ਦੇ ਰੱਸੇ ਪਾਏ ਗਏ। ਆਜ਼ਾਦੀ ਜ਼ਿੰਦਾਬਾਦ, 2 ਵੱਡੇ ਕੈਦੀਆਂ ਨੇ ਕਿਹਾ, ਪਰ ਬੱਚਾ ਚੁੱਪ ਸੀ। ਰੱਬ ਕਿੱਥੇ ਹੈ? ਉਹ ਹੈ ਕਿੱਥੇ? ਕਿਸੇ ਨੇ ਮੇਰੇ ਪਿੱਛੋਂ ਕਿਹਾ ਸੀ। ਕੈਂਪ ਇੰਚਾਰਜ ਦੇ ਇਸ਼ਾਰੇ ਪਿੱਛੋਂ 3 ਕੁਰਸੀਆਂ ਹੇਠੋਂ ਨਿਕਲ ਗਈਆਂ। ਸਾਰੇ ਕੈਂਪ 'ਚ ਸન્ਨਾਟਾ ਸੀ। ਇੱਕ ਪਾਸੇ ਸੂਰਜ ਛਿਪ ਰਿਹਾ ਸੀ। ਆਪਣੇ ਸਿਰ ਨੰਗੇ ਕਰੋ, ਕੈਂਪ ਇੰਚਾਰਜ ਦੀ ਉੱਚੀ ਆਵਾਜ਼ ਆਈ। ਉਹਦੀ ਆਵਾਜ਼ ਪਾਟ ਗਈ ਸੀ। ਅਸੀਂ ਸਾਰੇ ਰੋ ਰਹੇ ਸਾਂ। ਆਪਣਾ ਸਿਰ ਢੱਕੋ। ਮਾਰਚ ਸ਼ੁਰੂ ਹੋ ਗਿਆ। ਦੋਵੇਂ ਵੱਡੇ ਬੰਦੇ ਮਰ ਚੁੱਕੇ ਸਨ। ਉਹਨਾਂ ਦੀਆਂ ਸੁੱਜੀਆਂ ਹੋਈਆਂ ਜੀਭਾਂ ਮੂੰਹ ਤੋਂ ਬਾਹਰ ਸਨ, ਨੀਲੀਆਂ ਹੋਈਆਂ, ਪਰ ਤੀਜਾ ਰੱਸਾ ਅਜੇ ਵੀ ਹਿੱਲ ਰਿਹਾ ਸੀ। ਉਸ 'ਤੇ ਭਾਰ ਕਿੰਨਾ ਕੁ ਸੀ? ਬੱਚਾ ਅਜੇ ਵੀ ਜਿਉਂਦਾ ਸੀ। ਅੱਧੇ ਘੰਟੇ ਤੋਂ ਵੀ ਉਹ ਲਮਕਦਾ ਰਿਹਾ, ਜੀਵਨ ਤੇ ਮੌਤ ਵਿਚਾਲੇ ਲਮਕਦਾ ਹੋਇਆ, ਦੁੱਖ ਨਾਲ ਹੌਲੀ-ਹੌਲੀ ਮਰਦਾ ਹੋਇਆ ਸਾਡੀਆਂ ਅੱਖਾਂ ਸਾਹਮਣੇ, ਤੇ ਅਸੀਂ ਉਹਦੇ ਚਿਹਰੇ ਨੂੰ ਸਾਹਮਣੇ ਜਾ ਕੇ ਦੇਖਣਾ ਸੀ। ਉਹਦੀ ਜੀਭ ਅਜੇ ਵੀ ਲਾਲ ਸੀ। ਉਹਦੀਆਂ ਅੱਖਾਂ 'ਚ ਅਜੇ ਵੀ ਚਮਕ ਬਾਕੀ ਸੀ। ਮੇਰੀ ਪਿੱਠ ਪਿੱਛੇ ਉਹੀ ਬੰਦਾ ਬੋਲ ਰਿਹਾ ਸੀ, ਪੁੱਛ ਰਿਹਾ ਸੀ, ਉਹ ਕਿੱਥੇ ਹੈ ਰੱਬ? ਤੇ ਮੈਂ ਆਪਣੇ ਅੰਦਰ ਦੀ ਆਵਾਜ਼ ਸੁਣੀ, ਉਹਦੀ ਗੱਲ ਦਾ ਜਵਾਬ। ਉਹਨੇ ਕਿੱਥੇ ਹੋਣਾ ਸੀ? ਉਹ ਇੱਥੇ ਹੀ ਹੈ, ਉਹ ਸਾਹਮਣੇ ਫਾਂਸੀ ਤੇ ਲਮਕਿਆ ਪਿਆ। ਉਸ ਰਾਤ ਸੂਪ ਦਾ ਸਵਾਦ ਮੁਰਦਿਆਂ ਵਰਗਾ ਸੀ। ਗਰਮੀ ਖਤਮ ਹੋ ਰਹੀ ਸੀ। ਯਹੂਦੀ ਸਾਲ ਖਤਮ ਹੋ ਰਿਹਾ ਸੀ। ਪੋਸ਼ ਹਾਸ਼ਨਾ, ਨਾਮੁਰਾਦ ਸਾਲ ਦਾ ਆਖਰੀ ਦਿਨ। ਸਾਰੇ ਦਾ ਸਾਰਾ ਕੈਂਪ ਇੱਕ ਬਿਜਲੀ ਵਰਗੇ ਤਣਾਅ ਵਿੱਚ ਸੀ, ਤੇ ਇਹ ਤਣਾਅ ਸਾਡੇ ਦਿਲਾਂ ਵਿੱਚ ਵੀ ਸੀ। ਸਾਰਾ ਕੁਝ ਹੋਣ ਦੇ ਬਾਵਜੂਦ ਵੀ ਇਹ ਦਿਨ ਬਾਕੀ ਦਿਨਾਂ ਤੋਂ ਵੱਖਰਾ ਨਹੀਂ ਸੀ। ਸਾਲ ਦਾ ਅਖੀਰਲਾ ਦਿਨ। ਇਹ ਅਖੀਰਲਾ ਸ਼ਬਦ ਬੜਾ ਅਜੀਬ ਲੱਗ ਰਿਹਾ ਸੀ। ਜੇ ਇਹ ਸੱਚਮੁੱਚ ਹੀ ਅਖੀਰਲਾ ਦਿਨ ਹੁੰਦਾ ਤਾਂ ਕੀ ਹੋ ਜਾਣਾ ਸੀ? ਉਹਨਾਂ ਨੇ ਸਾਨੂੰ ਸ਼ਾਮ ਦਾ ਖਾਣਾ ਦਿੱਤਾ। ਬੜਾ ਗਾੜਾ ਸੂਪ ਸੀ, ਪਰ ਕਿਸੇ ਨੇ ਵੀ ਉਹਨੂੰ ਛੋਹਿਆ ਤੱਕ ਨਹੀਂ ਸੀ। ਅਸੀਂ ਆਖਰੀ ਅਰਦਾਸ ਤੱਕ ਉਡੀਕਣਾ ਚਾਹੁੰਦੇ ਸੀ। ਇਕੱਠੇ ਹੋਣ ਵਾਲੀ ਥਾਂ ਚਾਰੇ ਪਾਸਿਓਂ ਬਿਜਲੀ ਵਾਲੀਆਂ ਕੰਡਿਆਲੀ ਤਾਰਾਂ ਨਾਲ ਘਿਰੀ ਹੋਈ ਸੀ। ਚੁੱਪ ਹੋਏ ਹਜ਼ਾਰਾਂ ਯਹੂਦੀ ਚਿਹਰਿਆਂ ਤੇ ਉਦਾਸੀ। ਰਾਤ ਪੈ ਰਹੀ ਸੀ। ਹੋਰ ਕੈਦੀ ਵੀ ਪਹੁੰਚ ਰਹੇ ਸਨ, ਹਰ ਬਲਾਕ ਵਿੱਚੋਂ। ਅਚਾਨਕ ਉਹ ਆਪਣਾ ਸਮਾਂ ਜਿੱਤਣਾ ਚਾਹੁੰਦੇ ਸਨ ਤੇ ਨਾਲ ਆਪਣੀ ਥਾਂ ਵੀ ਤੇ ਆਪਣੀ ਇੱਛਾ ਵੀ ਅਰਪਣ ਕਰਨੀ ਸੀ। ਉਹ ਮੇਰੇ ਰੱਬਾ,
ਤੂੰ ਹੈ ਕੀ? ਮੈਂ ਪੂਰੇ ਗੁੱਸੇ ਨਾਲ ਸੋਚਿਆ। ਇਹ ਭੀੜ ਆਪਣੀ ਆਸਥਾ 'ਚ ਡੁੱਬੇ ਹੋਏ ਗੁੱਸੇ ਵਿੱਚ ਨਾਬਰ ਹੋਏ। ਤੇਰੀ ਇਹ ਵਡਿਆਈ ਤੇ ਵਡੱਤਨ ਕਿਸ ਕੰਮ? ਉਹ ਕਾਇਨਾਤ ਦੇ ਮਾਲਕਾ, ਦੇਖ ਤੇਰੀ ਕਮਜ਼ੋਰੀ, ਸੜਿਆਂਦ ਤੇ ਸੜਨ। ਅਜੇ ਵੀ ਕਿਉਂ ਤੂੰ ਇਹਨਾਂ ਦੀਆਂ ਬਿਮਾਰ ਰੂਹਾਂ ਨੂੰ ਦੁਖੀ ਕਰ ਰਿਹਾ, ਇਹਨਾਂ ਦੇ ਅਪਾਹਜ ਹੋਏ ਸਰੀਰਾਂ ਨੂੰ? 10,000 ਲੋਕਾਂ ਨੇ ਇਹ ਮਰਿਆਦਿਤ ਰਸਮ 'ਚ ਹਿੱਸਾ ਲੈਣਾ ਸੀ। ਬਲਾਕਾਂ ਦੇ ਇੰਚਾਰਜ, ਕਾਪੋ ਤੇ ਮੌਤ ਲਈ ਜ਼ਿੰਮੇਵਾਰ ਕੰਮ ਕਰਨ ਵਾਲੇ ਸਾਰੇ ਸ਼ਾਮਲ ਸਨ। ਪਰਵਰਦਿਗਾਰ ਦਾ ਆਸ਼ੀਰਵਾਦ। ਉਹਨੇ ਆਪਣੀ ਆਵਾਜ਼ ਸੁਣਾ ਦਿੱਤੀ ਸੀ। ਮੈਂ ਪਹਿਲਾਂ ਸੋਚਿਆ ਕਿ ਹਵਾ ਸੀ। ਉਸ ਪਰਵਰਦਿਗਾਰ ਰੱਬ ਦੇ ਨਾਮ ਦਾ ਆਸ਼ੀਰਵਾਦ। ਹਜ਼ਾਰਾਂ ਆਵਾਜ਼ਾਂ ਨੇ ਇਸ ਆਸ਼ੀਰਵਾਦ ਨੂੰ ਦੁਹਰਾਇਆ ਸੀ। ਹਜ਼ਾਰਾਂ ਲੋਕ ਹੀ ਲੰਮੇ ਪੈ ਗਏ ਸਨ, ਜਿਵੇਂ ਰੁੱਖ ਕਿਸੇ ਤੂਫਾਨ ਅੱਗੇ ਲੰਮੇ ਪੈ ਜਾਇਆ ਕਰਦੇ ਨੇ। ਰੱਬ ਦੇ ਨਾਮ ਦਾ ਆਸ਼ੀਰਵਾਦ। ਕਿਉਂ ਮੈਂ ਉਹਦਾ ਆਸ਼ੀਰਵਾਦ ਲਵਾਂ? ਮੇਰਾ ਰੋਮ ਰੋਮ ਬਾਗੀ ਹੋ ਰਿਹਾ ਸੀ, ਕਿਉਂਕਿ ਉਸ ਨੇ ਹਜ਼ਾਰਾਂ ਬੱਚੇ ਆਪਣੇ ਵੱਡੇ ਟੋਇਆਂ 'ਚ ਸਾੜੇ ਸਨ, ਕਿਉਂਕਿ ਉਸ ਨੇ 6 ਭੱਠੀਆਂ ਦਿਨ ਰਾਤ ਚਾਲੂ ਕਰ ਰੱਖੀਆਂ ਸਨ। ਇਹ ਭੱਠੀਆਂ ਜਿਨ੍ਹਾਂ 'ਚ ਲੋਕਾਂ ਨੂੰ ਸਾੜਿਆ ਜਾਂਦਾ ਸੀ, ਐਤਵਾਰ ਦੇ ਤਿਉਹਾਰ ਵਾਲੇ ਦਿਨ ਵੀ ਚਲਦੀਆਂ ਰਹਿੰਦੀਆਂ ਸਨ, ਕਿਉਂਕਿ ਉਸ ਦੀ ਵੱਡੀ ਤਾਕਤ ਨੇ ਔਸਵਿਟਜ਼ ਵਰਗਾ ਕੈਂਪ ਪੈਦਾ ਕੀਤਾ ਸੀ ਤੇ ਹੋਰ ਕੈਂਪ, ਬਰਕਨਾਊ ਤੇ ਬੂਨਾ ਵਰਗੇ ਕੈਂਪ ਵੀ ਪੈਦਾ ਕੀਤੇ ਸਨ ਤੇ ਹੋਰ ਕਈ ਮੌਤ ਦੇ ਕਾਰਖਾਨੇ ਪੈਦਾ ਕੀਤੇ ਸਨ। ਮੈਂ ਕਿਵੇਂ ਕਹਿ ਦਿਆਂ ਪਰਵਰਦਿਗਾਰ ਦਾ ਆਸ਼ੀਰਵਾਦ ਚਾਹੀਦਾ ਹੈ? ਉਹ ਕਾਇਨਾਤ ਦਾ ਮਾਲਕ ਜਿਹਨੇ ਸਾਰੀ ਦੁਨੀਆ 'ਚੋਂ ਸਿਰਫ ਸਾਨੂੰ ਹੀ ਚੁਣਿਆ ਕਿ ਅਸੀਂ ਦਿਨ ਰਾਤ ਸੰਤਾਪ ਭੋਗਦੇ ਰਹੀਏ, ਕਿ ਅਸੀਂ ਆਪਣੀਆਂ ਮਾਵਾਂ ਪਿਓਆਂ ਨੂੰ ਤੇ ਭੈਣਾਂ ਭਰਾਵਾਂ ਨੂੰ ਭੱਠੀਆਂ 'ਚ ਸੜਦਾ ਦੇਖਦੇ ਰਹੀਏ। ਵਾਹ ਵਾਹ, ਤੇਰੇ ਨਾਮ ਦਾ ਆਸ਼ੀਰਵਾਦ ਚਾਹੀਦਾ ਹੈ, ਜਿਹਨੇ ਸਾਨੂੰ ਆਪਣੇ ਸੁੱਚੇ ਤਖਤ 'ਤੇ ਹਲਾਕ ਕਰਨ ਲਈ ਚੁਣਿਆ ਸੀ। ਮੈਂ ਪੁਜਾਰੀ ਦੀ ਉੱਚੀ ਹੁੰਦੀ ਆਵਾਜ਼ ਸੁਣੀ, ਜਿਹੜੀ ਤਾਕਤਵਰ ਤਾਂ ਸੀ ਪਰ ਟੁੱਟੀ ਹੋਈ ਸੀ। ਉਸ ਆਵਾਜ਼ ਦੇ ਚਾਰੇ ਪਾਸੇ ਹੰਝੂ, ਹੌਕੇ, ਭੁੱਬਾਂ ਪੂਰੀ ਭੀੜ ਦੀਆਂ ਸਨ। ਸਾਰੀ ਦੁਨੀਆ ਤੇ ਕਾਇਨਾਤ ਉਸ ਰੱਬ ਦੀ ਹੀ ਹੈ। ਉਹ ਹਰ ਪਲ ਰੁਕ ਰੁਕ ਕੇ ਬੋਲ ਰਿਹਾ ਸੀ, ਜਿਵੇਂ ਉਹਨੇ ਆਪਣੇ ਮੂੰਹ ਨਿਕਲੇ ਸ਼ਬਦਾਂ ਦੇ ਅਰਥ ਨਾ ਸਮਝ ਆਉਂਦੇ ਹੋਣ। ਗੀਤ ਨੇ ਉਹਦੀ ਆਵਾਜ਼ ਬੰਦ ਕਰ ਦਿੱਤੀ ਸੀ ਤੇ ਮੈਂ, ਜਿਹੜਾ ਰੱਬ ਦਾ ਬੜਾ ਵੱਡਾ ਭਗਤ ਬਣਿਆ ਫਿਰਦਾ ਸੀ, ਸੋਚ ਰਿਹਾ ਸਾਂ, ਹਾਂ, ਮਨੁੱਖ ਬੜਾ ਤਾਕਤਵਰ ਹੈ, ਰੱਬ ਤੋਂ ਵੀ ਵੱਡਾ। ਜਦੋਂ ਤੁਹਾਨੂੰ ਆਦਮ ਤੇ ਹਵਾ ਦੇ ਭੇਸ 'ਚ ਧੋਖਾ ਦਿੱਤਾ ਗਿਆ ਸੀ, ਤੂੰ ਉਹਨਾਂ ਦੇ ਸਵਰਗ 'ਚੋਂ ਬਾਹਰ ਕੱਢ ਦਿੱਤਾ ਸੀ, ਤੇ ਜਦੋਂ ਨੂਹ ਦੇ ਵੰਸ਼ਜਾਂ ਨੇ ਤੈਨੂੰ ਨਾਖੁਸ਼ ਕੀਤਾ ਸੀ ਤਾਂ ਤੂੰ ਤੂਫਾਨ ਪੈਦਾ ਕੀਤਾ। ਜਦੋਂ ਸਦੂਮ ਤੇਰੀਆਂ ਅੱਖਾਂ 'ਚ ਰੜਕਣ ਲੱਗ ਪਿਆ ਤਾਂ ਤੂੰ ਅੱਗ ਤੇ ਗੰਧਕ ਦੀ ਵਰਖਾ ਕੀਤੀ। ਪਰ ਇਹ ਲੋਕ ਇੱਥੇ ਜਿਨ੍ਹਾਂ ਨਾਲ ਤੂੰ ਧੋਖਾ ਕੀਤਾ ਹੈ, ਜਿਨ੍ਹਾਂ ਨੂੰ ਦਿਨ ਰਾਤ ਹਿੰਸਾ ਦੀ ਅੱਗ 'ਚ ਸੜਨਾ ਪੈ ਰਿਹਾ, ਕੁੱਟਮਾਰ, ਕਤਲੇਆਮ, ਗੈਸ ਛੱਡ ਕੇ, ਮੌਤਾਂ ਸਾੜ ਕੇ, ਉਹ ਕੀ ਕਰਨ? ਉਹ ਤੇਰੇ ਅੱਗੇ ਅਰਦਾਸਾਂ ਕਰ ਰਹੇ ਨੇ, ਉਹ ਤੇਰੇ ਨਾਮ ਦੀ ਤਾਰੀਫ ਕਰ ਰਹੇ ਨੇ, ਤੇਰੇ ਨਾਮ ਦੀ। ਜੋ ਕੁਝ ਵੀ ਪੈਦਾ ਹੋ ਰਿਹਾ ਹੈ, ਉਹ ਰੱਬ ਦੇ ਪਰਵਰਦਿਗਾਰ ਦੇ ਸਭ ਤੋਂ ਵੱਡੇ ਹੋਣ ਦਾ ਸਬੂਤ ਹੀ ਤਾਂ ਹੈ। ਇੱਕ ਵਾਰ ਮੇਰੇ ਜੀਵਨ 'ਚ ਨਵੇਂ ਸਾਲ ਦੀ ਬੜੀ ਮਹੱਤਤਾ ਸੀ। ਮੈਨੂੰ ਪਤਾ ਸੀ ਕਿ ਮੇਰੇ ਪਾਪ ਪਰਵਰਦਿਗਾਰ ਨੂੰ ਉਦਾਸ ਕਰਦੇ ਨੇ। ਮੈਂ ਉਹ ਤੋਂ ਮਾਫੀਆਂ ਮੰਗਿਆ ਕਰਦਾ ਸੀ। ਇੱਕ ਵਾਰ ਮੇਰਾ ਭਰੋਸਾ ਸੀ ਕਿ ਮੇਰਾ ਇੱਕ ਚੰਗਾ ਪੁੰਨ, ਮੇਰੀ ਇੱਕ ਮਨੋਂ ਦਿਲੋਂ ਕੀਤੀ ਅਰਦਾਸ ਇਸ ਦੁਨੀਆ 'ਤੇ ਮਿਹਰ ਦਾ ਕਾਰਨ ਬਣਦੀ ਸੀ। ਅੱਜ ਮੈਂ ਉਹਨੂੰ ਨਹੀਂ ਪਛਾਣਦਾ। ਮੈਂ ਰੋ ਕੇ ਜਾਂ ਰੀ ਕਰਕੇ ਅਰਦਾਸ ਕਰਨ ਦੇ ਕਾਬਲ ਨਹੀਂ ਸੀ ਰਿਹਾ। ਇਸ ਤੋਂ ਉਲਟ ਮੈਂ ਹੁਣ ਤਾਕਤਵਰ ਹਾਂ। ਮੈਂ ਦੋਸ਼ ਮੜਨ ਵਾਲਾ ਸਾਂ, ਰੱਬ ਦੋਸ਼ੀ ਸੀ। ਮੇਰੀਆਂ ਅੱਖਾਂ ਖੁੱਲ੍ਹ ਚੁੱਕੀਆਂ ਸਨ ਤੇ ਮੈਂ ਇਕੱਲਾ ਸਾਂ, ਬਿਲਕੁਲ ਇਕੱਲਾ ਉਸ ਦੁਨੀਆ 'ਚ ਜਿੱਥੇ ਕੋਈ ਰੱਬ ਨਹੀਂ ਸੀ ਤੇ ਨਾ ਹੀ ਕੋਈ ਮਨੁੱਖ ਸੀ, ਦਇਆ ਤੇ ਪਿਆਰ ਤੋਂ ਰਹਿਤ। ਮੈਂ ਕੁਝ ਵੀ ਬਣਨ ਲਈ ਤਿਆਰ ਸਾਂ, ਪਰ ਸੁਆਹ ਹੋਣਾ ਮੈਨੂੰ ਮਨਜ਼ੂਰ ਨਹੀਂ ਸੀ। ਫਿਰ ਵੀ ਮੈਂ ਆਪਣੇ ਆਪ ਨੂੰ ਰੱਬ ਤੋਂ ਵੀ ਤਕੜਾ ਸਮਝਦਾ ਸੀ, ਜਿਸ ਨਾਲ ਮੇਰਾ ਜੀਵਨ ਕਿੰਨਾ ਚਿਰ ਬੱਝਿਆ ਰਿਹਾ ਸੀ। ਉਸ ਅਰਦਾਸ ਕਰ ਰਹੀ ਭੀੜ 'ਚ ਮੈਂ ਇਕੱਲਾ ਖੜਾ ਸਾਂ ਤੇ ਇਸ ਨੂੰ ਇੱਕ ਅਜਨਬੀ ਵਾਂਗ ਦੇਖ ਰਿਹਾ ਸਾਂ। ਸਮਾਗਮ ਕੱਡਿਸ਼, 13ਵੀਂ ਸਦੀ ਦੀ ਅਰਦਾਸ ਨਾਲ ਖਤਮ ਹੋਇਆ ਸੀ। ਹਰ ਕੋਈ ਆਪਣੇ ਮਾਪਿਆਂ ਦੇ ਪੂਰੇ ਹੋਣ 'ਤੇ ਅਰਦਾਸ ਕਰਦਾ ਸੀ ਜਾਂ ਪਰਿਵਾਰ ਦੇ ਜੀਆਂ ਲਈ ਕਰਦਾ ਸੀ। ਅਸੀਂ ਕਾਫੀ ਦੇਰ ਤੱਕ ਉੱਥੇ ਇਕੱਠੇ ਹੋਣ ਵਾਲੀ ਥਾਂ 'ਤੇ ਖੜੇ ਰਹੇ ਸਾਂ। ਕਿਸੇ ਦੀ ਵੀ ਹਿੰਮਤ ਨਹੀਂ ਸੀ ਪੈ ਰਹੀ ਕਿ ਉਹ
ਇਸ ਮ੍ਰਿਗ ਤ੍ਰਿਸ਼ਨਾ ਚੋਂ ਬਾਹਰ ਆ ਜਾਂਦਾ। ਫਿਰ ਸੌਣ ਦਾ ਸਮਾਂ ਹੋ ਚੁੱਕਾ ਸੀ ਤਾਂ ਹੌਲੀ ਹੌਲੀ ਸਾਰੇ ਕੈਦੀ ਆਪੋ ਆਪਣੇ ਬਲਾਕਾਂ ਵੱਲ ਜਾਣ ਲੱਗ ਪਏ। ਮੈਂ ਸੁਣਿਆ ਕਿ ਲੋਕ ਇੱਕ ਦੂਜੇ ਨੂੰ ਨਵਾਂ ਸਾਲ ਮੁਬਾਰਕ ਕਹਿ ਰਹੇ ਸਨ। ਮੈਂ ਆਪਣੇ ਪਿਤਾ ਜੀ ਨੂੰ ਦੇਖਣ ਲਈ ਦੌੜ ਪਿਆ ਤੇ ਮੈਨੂੰ ਡਰ ਵੀ ਲੱਗ ਰਿਹਾ ਸੀ ਕਿ ਮੈਂ ਉਹਨਾਂ ਨੂੰ ਨਵਾਂ ਸਾਲ ਮੁਬਾਰਕ ਵੀ ਆਖ ਸਕਾਂਗਾ ਕਿ ਨਹੀਂ, ਜਦੋਂ ਕਿ ਮੈਨੂੰ ਹੁਣ ਇਸ 'ਚ ਕੋਈ ਭਰੋਸਾ ਨਹੀਂ ਸੀ ਰਿਹਾ। ਉਹ ਕੰਧ ਕੋਲ ਝੁਕੇ ਖੜੇ ਸਨ, ਮੋਢੇ ਝੁਕੇ ਹੋਏ, ਜਿਵੇਂ ਪਤਾ ਨਹੀਂ ਕਿੰਨਾ ਕੁ ਭਾਰ ਉਹਨਾਂ 'ਤੇ ਪਿਆ ਹੋਇਆ ਸੀ। ਮੈਂ ਉਹਨਾਂ ਦੇ ਕੋਲ ਗਿਆ, ਉਹਨਾਂ ਦਾ ਹੱਥ ਫੜਿਆ ਤੇ ਉਹਨੂੰ ਚੁੰਮ ਲਿਆ। ਇੱਕ ਹੰਝੂ ਉਹਨਾਂ ਦੇ ਹੱਥ 'ਤੇ ਡਿੱਗ ਪਿਆ। ਇਹ ਕਿਸ ਦਾ ਹੰਝੂ ਸੀ? ਮੇਰਾ? ਉਹਨਾਂ ਦਾ? ਮੈਂ ਕੁਝ ਨਾ ਕਿਹਾ, ਨਾ ਹੀ ਉਹ ਬੋਲੇ। ਅਸੀਂ ਕਦੇ ਵੀ ਇੱਕ ਦੂਜੇ ਨੂੰ ਸਾਫ਼ ਗੋਈ ਨਾਲ ਨਹੀਂ ਸੀ ਸਮਝ ਸਕੇ। ਘੰਟੀ ਦੀ ਆਵਾਜ਼ ਨੇ ਸਾਨੂੰ ਦੋਹਾਂ ਨੂੰ ਸਤਰਕ ਕੀਤਾ। ਸਾਨੂੰ ਹੁਣ ਸੌਂ ਜਾਣਾ ਚਾਹੀਦਾ ਹੈ। ਅਸੀਂ ਬੜੀ ਦੂਰੋਂ ਜਾ ਕੇ ਵਾਪਸ ਪਰਤੇ ਸਾਂ। ਮੈਂ ਆਪਣੀਆਂ ਅੱਖਾਂ ਉੱਪਰ ਚੁੱਕੀਆਂ, ਮੇਰੇ ਪਿਤਾ ਜੀ ਦਾ ਚਿਹਰਾ ਦੇਖਣ ਲਈ ਜਿਹੜਾ ਮੇਰੇ ਉੱਤੇ ਝੁਕਿਆ ਹੋਇਆ ਸੀ। ਮੈਂ ਉਹਨਾਂ ਦਾ ਚਿਹਰਾ ਦੇਖਣਾ ਚਾਹੁੰਦਾ ਸਾਂ ਕਿ ਮੈਨੂੰ ਕੋਈ ਮੁਸਕਰਾਹਟ ਦਿਸ ਪਵੇ ਕਿ ਉਹ ਮੁਰਝਾਏ ਚਿਹਰੇ 'ਚ ਕੀ ਸੀ। ਨਹੀਂ, ਕੁਝ ਵੀ ਨਹੀਂ ਸੀ। ਕਿਸੇ ਭਾਵਨਾ ਦੀ ਪਰਛਾਈ ਤੱਕ ਵੀ ਨਹੀਂ ਸੀ ਹਾਰਿਆ ਹੋਇਆ। ਯੋਮ ਕਿੱਪਰ, ਯਹੂਦੀਆਂ ਲਈ ਪਛਤਾਵੇ ਦਾ ਦਿਨ। ਕੀ ਸਾਨੂੰ ਵਰਤ ਰੱਖਣਾ ਚਾਹੀਦਾ? ਇਸ ਸਵਾਲ 'ਤੇ ਬੜੀ ਗਰਮੀ ਨਾਲ ਬਹਿਸ ਹੋ ਰਹੀ ਸੀ। ਵਰਤ ਰੱਖਣ ਦਾ ਮਤਲਬ ਕਿ ਪੱਕੀ ਮੌਤ, ਤੇ ਉਹ ਵੀ ਜਲਦੀ। ਅਸੀਂ ਤਾਂ ਇੱਥੇ ਸਾਰਾ ਸਾਲ ਵਰਤ ਰੱਖੀ ਰੱਖਿਆ ਸੀ, ਪੂਰਾ ਸਾਲ ਯੋਮ ਕਿੱਪਰ। ਦੂਜੇ ਕੁਝ ਕਹਿ ਰਹੇ ਸਨ ਕਿ ਸਾਨੂੰ ਵਰਤ ਜ਼ਰੂਰ ਰੱਖਣਾ ਚਾਹੀਦਾ ਹੈ ਕਿਉਂਕਿ ਹੁਣ ਵਰਤ ਰੱਖਣਾ ਖਤਰੇ ਤੋਂ ਖਾਲੀ ਨਹੀਂ। ਸਾਨੂੰ ਰੱਬ ਨੂੰ ਇਹ ਦਿਖਾ ਦੇਣਾ ਚਾਹੀਦਾ ਹੈ ਕਿ ਹੁਣ ਵੀ ਅਸੀਂ ਇਸ ਨਰਕ 'ਚ ਰਹਿ ਕੇ ਉਹਨੂੰ ਯਾਦ ਕਰਦੇ ਹਾਂ, ਉਸ ਰੱਬ ਦੇ ਗੁਣਗਾਨ ਕਰਦੇ ਹਾਂ। ਮੈਂ ਵਰਤ ਨਹੀਂ ਸੀ ਰੱਖਿਆ, ਸਿਰਫ ਆਪਣੇ ਪਿਤਾ ਜੀ ਦੀ ਖੁਸ਼ੀ ਲਈ, ਕਿਉਂਕਿ ਉਹਨਾਂ ਮੈਨੂੰ ਵਰਤ ਰੱਖਣ ਤੋਂ ਮਨਾ ਕਰ ਦਿੱਤਾ ਸੀ। ਪਰ ਇਸ ਤੋਂ ਅੱਗੇ ਵੀ ਇੱਕ ਹੋਰ ਕਾਰਨ ਸੀ ਕਿ ਵਰਤ ਰੱਖਣ ਦਾ ਕੋਈ ਮਤਲਬ ਹੀ ਨਹੀਂ ਸੀ। ਮੈਂ ਰੱਬ ਦੀ ਚੁੱਪ ਨੂੰ ਸਵੀਕਾਰ ਨਹੀਂ ਕਰਦਾ। ਮੈਂ ਵਰਤ ਕਿਉਂ ਰੱਖਾਂ? ਮੈਂ ਆਪਣੇ ਸੂਪ ਦਾ ਪਿਆਲਾ ਖਾਲੀ ਕਰ ਲਿਆ ਸੀ। ਇਹ ਇੱਕ ਉਹਦੀ ਰਜ਼ਾ 'ਚ ਉਲੰਘਣਾ ਵੀ ਸੀ ਤੇ ਉਸ ਦੇ ਖਿਲਾਫ ਬਗਾਵਤ ਵੀ ਸੀ। ਤੇ ਮੈਂ ਆਪਣੇ ਸੁੱਕੇ ਹੋਏ ਡਬਲ ਰੋਟੀ ਦੇ ਟੁਕੜੇ ਤੇ ਦੰਦੀ ਵੱਢੀ। ਮੇਰੇ ਦਿਲ ਦੀਆਂ ਡੂੰਘਾਣਾਂ ਵਿੱਚ ਮੈਂ ਇੱਕ ਵੱਡਾ ਖੱਪਾ ਮਹਿਸੂਸ ਕਰ ਰਿਹਾ ਸਾਂ। ਜਰਮਨ ਅਫਸਰਾਂ ਨੇ ਸਾਨੂੰ ਨਵੇਂ ਸਾਲ ਦਾ ਇੱਕ ਤੋਹਫਾ ਦਿੱਤਾ ਸੀ। ਅਸੀਂ ਹੁਣੇ ਕੰਮ ਤੋਂ ਮੁੜੇ ਸਾਂ। ਜਿਉਂ ਹੀ ਅਸੀਂ ਕੈਂਪ ਦੇ ਬੂਹੇ ਦੇ ਅੰਦਰ ਆਏ, ਸਾਨੂੰ ਹਵਾ ਕੁਝ ਬਦਲੀ ਲੱਗੀ। ਹਾਜ਼ਰੀ ਲਈ ਆਮ ਵਾਂਗ ਬਹੁਤਾ ਸਮਾਂ ਨਹੀਂ ਸੀ ਲੱਗਾ। ਸ਼ਾਮ ਵੇਲੇ ਦਿੱਤਾ ਜਾਂਦਾ ਸੂਪ ਵੀ ਜਲਦੀ ਦੇ ਦਿੱਤਾ ਗਿਆ ਸੀ, ਜਿਹੜਾ ਅਸੀਂ ਦੁਖੀ ਹੋਇਆਂ ਨੇ ਝੱਟ ਢਿੱਡ ਅੰਦਰ ਸੁੱਟ ਲਿਆ ਸੀ। ਮੈਂ ਪਹਿਲਾਂ ਵਾਂਗ ਆਪਣੇ ਪਿਤਾ ਨਾਲ ਉਸੇ ਬਲਾਕ 'ਚ ਨਹੀਂ ਸੀ। ਮੈਨੂੰ ਦੂਜੇ ਕਾਰਖਾਨੇ 'ਚ ਰੱਖਿਆ ਗਿਆ ਸੀ, ਇਮਾਰਤਾਂ ਬਣਾਉਣ ਲਈ, ਜਿੱਥੇ ਦਿਨ ਵਿੱਚ 12 ਘੰਟੇ ਸਾਨੂੰ ਵੱਡੇ ਪੱਥਰ ਇੱਧਰੋਂ ਉੱਧਰ ਢੋਣੇ ਪੈਂਦੇ ਸਨ। ਮੇਰੇ ਬਲਾਕ ਦਾ ਇੰਚਾਰਜ ਇੱਕ ਜਰਮਨ ਯਹੂਦੀ ਸੀ। ਉਹ ਛੋਟੇ ਕੱਦ ਵਾਲਾ ਬੰਦਾ ਸੀ, ਜਿਹਦੀਆਂ ਨਜ਼ਰਾਂ ਬੜੀਆਂ ਤੇਜ਼ ਸਨ। ਉਹਨੇ ਸਾਨੂੰ ਦੱਸਿਆ ਕਿ ਸ਼ਾਮ ਨੂੰ ਸੂਪ ਪੀਣ ਪਿੱਛੋਂ ਕਿਸੇ ਨੂੰ ਵੀ ਬਾਹਰ ਨਹੀਂ ਜਾਣ ਦਿੱਤਾ ਜਾਏਗਾ। ਝੱਟ ਹੀ ਲੋਕਾਂ 'ਚ ਗੱਲਾਂ ਹੋਣ ਲੱਗ ਪਈਆਂ। ਚੋਣ। ਸਾਨੂੰ ਪਤਾ ਸੀ ਕਿ ਇਹਦਾ ਕੀ ਮਤਲਬ ਸੀ। ਇੱਕ ਜਰਮਨ ਅਫਸਰ ਆ ਕੇ ਸਾਡੀ ਘੋਖ ਪੜਤਾਲ ਕਰੇਗਾ। ਜਦੋਂ ਵੀ ਉਹਨੂੰ ਕੋਈ ਕਮਜ਼ੋਰ ਬੰਦਾ ਦਿਸਿਆ ਤਾਂ ਉਹਦਾ ਨੰਬਰ ਨੋਟ ਕਰ ਲਏਗਾ ਭੱਠੀਆਂ 'ਚ ਭੇਜਣ ਲਈ। ਸਾਨੂੰ ਪੁਰਾਣੇ ਕੈਦੀਆਂ ਨੇ ਦੱਸਿਆ ਸੀ ਕਿ ਸੂਪ ਪੀਣ ਪਿੱਛੋਂ ਅਸੀਂ ਲੱਕੜ ਦੇ ਮੰਜਿਆਂ ਦੀ ਕਤਾਰ 'ਚ ਵਿਚਕਾਰ ਖੜੇ ਹੋਣਾ ਸੀ। ਤੁਸੀਂ ਖੁਸ਼ਕਿਸਮਤ ਹੋ ਕਿ ਤੁਹਾਨੂੰ ਇੱਥੇ ਇੰਨਾ ਲੇਟ ਲਿਆਇਆ ਗਿਆ ਸੀ। ਇਹ ਕੈਂਪ ਸਮਝੋ ਅੱਜ ਸਵਰਗ ਹੀ ਹੈ। 2 ਸਾਲ ਪਹਿਲਾਂ ਇੱਥੇ ਹੋਰ ਗੱਲ ਸੀ। ਬੂਨਾ ਉਸ ਵੇਲੇ ਕਿਸੇ ਨਰਕ ਤੋਂ ਘੱਟ ਨਹੀਂ ਸੀ। ਨਾ ਇੱਥੇ ਪਾਣੀ ਸੀ, ਨਾ ਕੋਈ ਕੰਬਲ, ਤੇ ਘੱਟ ਸੂਪ ਤੇ ਡਬਲ ਰੋਟੀ ਦਿੱਤੇ ਜਾਂਦੇ ਸਨ। ਰਾਤ ਨੂੰ ਸਾਨੂੰ ਬਿਲਕੁਲ ਨੰਗੇ ਸੌਣਾ ਪੈਂਦਾ ਸੀ ਤੇ ਤਾਪਮਾਨ 30 ਡਿਗਰੀ ਤੋਂ ਵੀ ਕਿਤੇ ਘੱਟ ਹੁੰਦਾ ਸੀ। ਹਰ ਰੋਜ਼ ਸੈਂਕੜਿਆਂ ਦੀ ਗਿਣਤੀ ਵਿੱਚ ਲਾਸ਼ਾਂ ਇਕੱਠੀਆਂ ਹੋ ਜਾਂਦੀਆਂ ਸਨ। ਕੰਮ ਬੜਾ ਸਖਤ ਸੀ। ਅੱਜ ਤਾਂ ਇੱਕ ਨਿੱਕੇ ਜਿਹੇ ਸਵਰਗ ਵਰਗਾ ਹੈ। ਕਾਪੂਆਂ ਨੂੰ ਹੁਕਮ ਸੀ ਕਿ ਉਹਨਾਂ ਨੇ ਰੋਜ਼ ਸੈਂਕੜੇ ਬੰਦੇ ਮਾਰਨੇ ਨੇ ਤੇ ਹਰ ਹਫ਼ਤੇ ਚੋਣ ਹੋਇਆ ਕਰਦੀ ਸੀ। ਉਸ ਵੇਲੇ ਕੋਈ ਦਇਆ ਦਾ ਸਵਾਲ ਹੀ ਨਹੀਂ ਸੀ। ਹਾਂ, ਤੁਸੀਂ ਖੁਸ਼ਕਿਸਮਤ ਹੋ। ਬਸ ਕਰੋ, ਚੁੱਪ ਕਰੋ। ਮੈਂ ਮਿੰਨਤ ਕੀਤੀ। ਤੁਸੀਂ ਆਪਣੀਆਂ ਇਹ ਕਹਾਣੀਆਂ ਕਿਸੇ ਹੋਰ ਵੇਲੇ ਜਾਂ ਕੱਲ੍ਹ ਨੂੰ ਸੁਣਾ ਸਕਦੇ ਹੋ। ਉਹ ਠਹਾਕੇ ਮਾਰ ਕੇ ਹੱਸਣ ਲੱਗ ਪਏ। ਉਹ ਪੁਰਾਣੇ ਤਜਰਬੇਕਾਰ ਕੈਦੀ ਐਵੇਂ ਤਾਂ ਨਹੀਂ ਸਨ। ਤੂੰ ਡਰ ਗਿਆ ਹੈ? ਅਸੀਂ ਵੀ ਡਰ ਗਏ ਸਾਂ। ਉਹਨੀ ਦਿਨੀ ਡਰਨ ਲਈ ਬੜਾ ਕੁਝ ਸੀ।
ਬੁੱਢੇ ਬੰਦੇ ਆਪਣੇ ਕੋਨੇ 'ਚ ਦੁਬਕ ਕੇ ਬੈਠੇ ਰਹੇ, ਚੁੱਪ, ਕੋਈ ਹਿਲਜੁਲ ਨਹੀਂ, ਡਰ ਕੇ ਜਿਵੇਂ ਕੋਈ ਭੂਤ ਦੇਖ ਲਿਆ ਹੋਵੇ। ਕੁਝ ਲੋਕ ਅਰਦਾਸਾਂ ਕਰ ਰਹੇ ਸਨ। 1 ਘੰਟੇ ਦੀ ਦੇਰੀ, 1 ਘੰਟੇ ਅੰਦਰ ਹੀ ਸਾਨੂੰ ਸਾਡਾ ਹੁਕਮ ਮਿਲ ਜਾਣਾ ਸੀ, ਮੌਤ ਜਾਂ ਛੁਟਕਾਰਾ। ਤੇ ਮੇਰੇ ਪਿਤਾ ਜੀ, ਅਚਾਨਕ ਮੈਨੂੰ ਉਹ ਯਾਦ ਆ ਗਏ। ਉਹ ਚੋਣ 'ਚੋਂ ਕਿਵੇਂ ਬਚ ਕੇ ਨਿਕਲਣਗੇ? ਉਹ ਹੁਣ ਤੱਕ ਕਿੰਨੇ ਬੁੱਢੇ ਹੋ ਚੁੱਕੇ ਸਨ। ਸਾਡੇ ਬਲਾਕ ਦਾ ਇੰਚਾਰਜ 1933 ਤੋਂ ਕਦੇ ਵੀ ਕੈਂਪ ਤੋਂ ਬਾਹਰ ਨਹੀਂ ਸੀ ਗਿਆ। ਉਹ ਸਾਰੇ ਬੁੱਚੜਖਾਨੇ ਘੁੰਮ ਚੁੱਕਾ ਸੀ। ਮੌਤ ਵਾਲੇ ਸਾਰੇ ਕਾਰਖਾਨੇ ਉਹਨੇ ਦੇਖ ਲਏ ਸਨ। ਕੋਈ 9 ਵਜੇ ਉਹ ਸਾਡੇ ਵਿਚਕਾਰ ਆ ਕੇ ਬਹਿ ਗਿਆ। ਖਬਰਦਾਰ, ਇੱਕਦਮ ਚੁੱਪ ਛਾ ਗਈ। ਜੋ ਕੁਝ ਮੈਂ ਕਹਿਣਾ ਉਹਨੂੰ ਸਾਰੇ ਧਿਆਨ ਨਾਲ ਸੁਣੋ। ਪਹਿਲੀ ਵਾਰੀ ਮੈਨੂੰ ਲੱਗਿਆ ਕਿ ਉਹਦੀ ਆਵਾਜ਼ ਕੰਬ ਰਹੀ ਸੀ। ਕੁਝ ਹੀ ਪਲਾਂ ਪਿੱਛੋਂ ਚੋਣ ਸ਼ੁਰੂ ਹੋ ਜਾਏਗੀ। ਤੁਹਾਨੂੰ ਸਾਰਿਆਂ ਨੂੰ ਸਾਰੇ ਕੱਪੜੇ ਲਾਉਣੇ ਪੈਣਗੇ ਤੇ ਫਿਰ ਇੱਕ ਇੱਕ ਕਰਕੇ ਜਰਮਨ ਫੌਜੀ ਡਾਕਟਰਾਂ ਅੱਗੇ ਪੇਸ਼ ਹੋਣਾ ਪਏਗਾ। ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਪਾਸ ਹੋ ਜਾਓਗੇ, ਪਰ ਤੁਹਾਨੂੰ ਆਪਣੇ ਆਪ ਦੀ ਮਦਦ ਕਰਨੀ ਪਏਗੀ ਤਾਂ ਕਿ ਮੌਕਾ ਮਿਲੇ। ਦੂਜੇ ਕਮਰੇ 'ਚ ਜਾਣ ਤੋਂ ਪਹਿਲਾਂ ਥੋੜਾ ਇੱਧਰ ਉੱਧਰ ਤੁਰੋ ਫਿਰੋ ਤਾਂ ਕਿ ਤੁਹਾਡੇ ਚਿਹਰਿਆਂ ਤੇ ਕੋਈ ਰੰਗਤ ਆ ਸਕੇ। ਹੌਲੀ ਨਹੀਂ ਤੁਰਨਾ, ਭੱਜਣਾ ਹੈ। ਇਉਂ ਭੱਜੋ ਜਿਵੇਂ ਕੋਈ ਦੈਂਤ ਜਾਂ ਸ਼ੈਤਾਨ ਤੁਹਾਡੇ ਪਿੱਛੇ ਪੈ ਗਿਆ। ਜਰਮਨ ਫੌਜੀਆਂ ਵੱਲ ਨਾ ਦੇਖੋ, ਦੌੜੋ ਤੇ ਸਿੱਧੇ ਦੌੜਦੇ ਜਾਓ। ਕੁਝ ਚਿਰ ਪਿੱਛੋਂ ਉਹਨੇ ਰੁਕ ਕੇ ਕਿਹਾ, ਤੇ ਸਭ ਤੋਂ ਜ਼ਰੂਰੀ ਗੱਲ, ਡਰਨਾ ਬਿਲਕੁਲ ਨਹੀਂ। ਇਹ ਇੱਕ ਜ਼ਰੂਰੀ ਨਸੀਹਤ ਸੀ ਜਿਹਨੂੰ ਸਾਰੇ ਯਾਦ ਰੱਖ ਕੇ ਇਸ ਤੇ ਅਮਲ ਕਰਨਾ ਜ਼ਰੂਰੀ ਸੀ। ਮੈਂ ਸਾਰੇ ਕੱਪੜੇ ਲਾ ਕੇ ਆਪਣੇ ਮੰਜੇ ਤੇ ਰੱਖ ਦਿੱਤੇ। ਕੋਈ ਖਤਰਾ ਨਹੀਂ ਸੀ ਕਿ ਉਸ ਸ਼ਾਮ ਕਿਧਰੇ ਕੋਈ ਲੈ ਜਾਏਗਾ। ਟਿੱਬੀ ਤੇ ਯੋਸੀ, ਜਿਨ੍ਹਾਂ ਨੇ ਮੇਰੇ ਨਾਲ ਹੀ ਕਾਰਖਾਨਾ ਬਦਲਿਆ ਸੀ, ਮੇਰੇ ਕੋਲ ਆਏ ਤੇ ਕਿਹਾ, ਆਪਾਂ ਸਾਰੇ ਇਕੱਠੇ ਹੋ ਕੇ ਰਹੀਏ, ਇੰਜ ਆਪਾਂ ਹੋਰ ਤਕੜੇ ਹੋਵਾਂਗੇ। ਯੋਸੀ ਆਪਣੇ ਦੰਦਾਂ 'ਚ ਕੁਝ ਬੁੜਬੁੜ ਕਰੀ ਜਾਂਦਾ ਸੀ। ਉਹ ਜ਼ਰੂਰ ਅਰਦਾਸਾਂ ਕਰ ਰਿਹਾ ਹੋਣਾ। ਮੈਨੂੰ ਚੇਤਾ ਵੀ ਨਹੀਂ ਸੀ ਕਿ ਯੋਸੀ ਰੱਬ 'ਚ ਭਰੋਸਾ ਰੱਖਦਾ ਹੈ। ਮੈਂ ਤਾਂ ਸਗੋਂ ਉਹਦੀ ਉਲਟੀ ਸੋਚਦਾ ਸੀ। ਟਿੱਬੀ ਚੁੱਪ ਸੀ, ਉਹਦਾ ਰੰਗ ਪੀਲਾ ਪੈ ਗਿਆ ਸੀ। ਬਲਾਕ 'ਚ ਸਾਰੇ ਕੈਦੀ ਅਲਫ ਨੰਗੇ ਆਪੋ ਆਪਣੇ ਮੰਜਿਆਂ ਕੋਲ ਮੰਜਿਆਂ ਦੀਆਂ 2 ਕਤਾਰਾਂ ਵਿਚਕਾਰ ਖੜੇ ਸਨ। ਇਹ ਜ਼ਰੂਰੀ ਹੋਏਗਾ ਕਿ ਜਦੋਂ ਆਖਰੀ ਚੋਟ ਹੋਣੀ ਸੀ ਤਾਂ ਇਹ ਕਰਨਾ ਜ਼ਰੂਰੀ ਸੀ। ਉਹ ਆ ਰਹੇ ਨੇ। 3 ਜਰਮਨ ਅਫਸਰ ਉਸ ਸ਼ੈਤਾਨ ਡਾਕਟਰ ਮੈਗਲੀ ਦੇ ਆਲੇ ਦੁਆਲੇ ਖੜੇ ਸਨ, ਜਿਸ ਨੇ ਸਾਡਾ ਸਵਾਗਤ ਬਰਕਨਾਊ ਕੈਂਪ 'ਚ ਕੀਤਾ ਸੀ। ਸਾਡੇ ਬਲਾਕ ਦੇ ਇੰਚਾਰਜ ਨੇ ਮੁਸਕਰਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ, ਤਿਆਰ? ਹਾਂ, ਅਸੀਂ ਤਿਆਰ ਸਾਂ, ਤੇ ਸਾਰੇ ਜਰਮਨ ਡਾਕਟਰ ਵੀ। ਡਾਕਟਰ ਮੈਂਗਲੇ ਦੇ ਹੱਥ ਵਿੱਚ ਸਾਡੇ ਨੰਬਰਾਂ ਵਾਲਾ ਕਾਗਜ਼ ਸੀ। ਉਹਨੇ ਬਲਾਕ ਦੇ ਇੰਚਾਰਜ ਨੂੰ ਇਸ਼ਾਰਾ ਕੀਤਾ, ਸ਼ੁਰੂ ਕਰੋ, ਜਿਵੇਂ ਇਹ ਕੋਈ ਖੇਡ ਹੋਵੇ। ਪਹਿਲਾਂ ਬਲਾਕ ਦੇ ਅਫਸਰਾਂ ਨੇ ਜਾਣਾ ਸੀ, ਫਿਰ ਕਾਪੋ, ਫਿਰ ਫੋਰਮੈਨ। ਸਭ ਨੇ ਤੰਦਰੁਸਤ ਤੇ ਚੁਸਤ ਦਿਖਦੇ ਹੋਣਾ ਸੀ। ਇਸ 'ਚ ਕੀ ਸ਼ੱਕ ਸੀ। ਫਿਰ ਉਸ ਪਿੱਛੋਂ ਆਮ ਕੈਦੀਆਂ ਦੀ ਵਾਰੀ ਆਉਣੀ ਸੀ। ਡਾਕਟਰ ਮੈਂਗਲੇ ਉਹਨਾਂ ਨੂੰ ਸਿਰ ਤੋਂ ਪੈਰਾਂ ਤੱਕ ਧਿਆਨ ਨਾਲ ਦੇਖ ਰਿਹਾ ਸੀ। ਕੁਝ ਚਿਰ ਪਿੱਛੋਂ ਕੋਈ ਨੰਬਰ ਨੋਟ ਕਰ ਲੈਂਦਾ ਸੀ। ਮੇਰੇ ਦਿਮਾਗ 'ਚ ਇੱਕੋ ਖਿਆਲ ਆਇਆ ਕਿ ਮੇਰਾ ਨੰਬਰ ਨੋਟ ਨਹੀਂ ਹੋਣਾ ਚਾਹੀਦਾ। ਮੈਂ ਆਪਣੀ ਖੱਬੀ ਬਾਂਹ ਨਹੀਂ ਸੀ ਦਿਖਾਉਣੀ। ਮੇਰੇ ਅੱਗੇ ਟਿੱਬੀ ਤੇ ਯੋਸੀ ਸਨ। ਉਹ ਪਾਸ ਹੋ ਗਏ ਸਨ। ਮੇਰੇ ਕੋਲ ਇੰਨਾ ਕੁ ਸਮਾਂ ਸੀ ਕਿ ਮੈਂ ਦੇਖ ਸਕਾਂ ਕਿ ਡਾਕਟਰ ਮੈਂਗਲੇ ਨੇ ਉਹਨਾਂ ਦੇ ਨੰਬਰ ਨੋਟ ਨਹੀਂ ਕੀਤੇ। ਕਿਸੇ ਨੇ ਮੈਨੂੰ ਪਿੱਛੋਂ ਧੱਕਾ ਦਿੱਤਾ। ਹੁਣ ਮੇਰੀ ਵਾਰੀ ਸੀ। ਮੈਂ ਬਿਨਾਂ ਪਿੱਛੇ ਦੇਖਿਆਂ ਦੌੜਿਆ। ਮੇਰੇ ਸਿਰ ਨੂੰ ਚੱਕਰ ਆ ਰਹੇ ਸਨ। ਤੂੰ ਪਤਲਾ ਰਿਹਾ ਹੈ, ਕਮਜ਼ੋਰ ਹੈ, ਤੂੰ ਭੱਠੀ ਵਾਸਤੇ ਠੀਕ ਹੈ। ਉਹ ਦੌੜ ਖਤਮ ਨਹੀਂ ਸੀ ਹੋਣੀ। ਮੈਂ ਸੋਚ ਰਿਹਾ ਸਾਂ ਕਿ ਮੈਨੂੰ ਦੌੜੇ ਨੂੰ ਕਈ ਸਾਲ ਹੋ ਗਏ ਹੋਣਗੇ। ਤੂੰ ਪਤਲਾ ਜਿਹਾ ਹੈ, ਤੂੰ ਕਮਜ਼ੋਰ ਹੈ। ਅਖੀਰ ਮੈਂ ਥੱਕ ਟੁੱਟ ਕੇ ਹੱਫ ਗਿਆ ਸਾਂ। ਜਦੋਂ ਮੈਨੂੰ ਥੋੜਾ ਸਾਹ ਆਉਣ ਲੱਗਾ ਤਾਂ ਮੈਂ ਯੋਸੀ ਤੇ ਟਿੱਬੀ ਨੂੰ ਸਵਾਲ ਕੀਤਾ, ਮੇਰਾ ਨੰਬਰ ਨੋਟ ਹੋਇਆ? ਨਹੀਂ, ਯੋਸੀ ਨੇ ਕਿਹਾ। ਉਹਨੇ ਹੱਸਦਿਆਂ ਕਿਹਾ, ਕੁਝ ਵੀ ਹੋ ਜਾਂਦਾ, ਉਹ ਤੇਰਾ ਨੰਬਰ ਨੋਟ ਹੀ ਨਹੀਂ ਸੀ ਕਰ ਸਕਦਾ। ਤੂੰ ਇੰਨਾ ਤੇਜ਼ ਜੋ ਦੌੜ ਰਿਹਾ ਸੀ। ਮੈਂ ਹੱਸਣ ਲੱਗ ਪਿਆ। ਮੈਂ ਖੁਸ਼ ਸਾਂ। ਮੈਂ ਉਹਨੂੰ ਚੁੰਮ ਸਕਦਾ ਸਾਂ। ਉਸ ਪਲ ਦੂਜੇ ਲੋਕਾਂ ਦੀ ਕੋਈ ਬੁੱਕਤ ਨਹੀਂ ਸੀ। ਮੇਰਾ ਨੰਬਰ ਲਿਖਿਆ ਨਹੀਂ ਸੀ ਗਿਆ। ਜਿਨ੍ਹਾਂ ਦੇ ਨੰਬਰ ਲਿਖੇ ਗਏ ਸਨ ਉਹ ਪਾਸੇ ਹੋ ਕੇ ਖੜੇ ਸਨ। ਪੂਰੀ ਦੁਨੀਆ ਵਿੱਚੋਂ ਕੱਢੇ ਹੋਏ, ਕੁਝ ਚੁੱਪ ਕੀਤੇ ਰੋ ਰਹੇ ਸਨ। ਜਰਮਨ ਅਫਸਰ ਚਲੇ ਗਏ। ਬਲਾਕ ਦਾ ਇੰਚਾਰਜ ਆਇਆ। ਉਹਦੇ ਚਿਹਰੇ ਤੇ ਆਮ ਜੀ ਥਕਾਵਟ ਸੀ। ਸਭ ਕੁਝ ਠੀਕ ਠਾਕ ਹੋ ਗਿਆ ਨਾ? ਫਿਕਰ ਵਾਲੀ ਕੋਈ ਗੱਲ ਨਹੀਂ। ਕਿਸੇ ਨੂੰ ਕੁਝ ਵੀ ਨਹੀਂ ਹੋਣਾ, ਕਿਸੇ ਨੂੰ ਵੀ। ਉਹਨੇ ਇੱਕ ਵਾਰ ਫਿਰ ਮੁਸਕਰਾਉਣ ਦੀ ਕੋਸ਼ਿਸ਼ ਕੀਤੀ। ਇੱਕ ਗਰੀਬ ਜਿਹੇ ਕਮਜ਼ੋਰ ਤੇ ਕਈ ਦਿਨਾਂ ਦੇ ਭੁੱਖੇ ਯਹੂਦੀ ਨੇ ਕੰਬਦੀ ਆਵਾਜ਼ 'ਚ ਉਹਨੂੰ ਸਵਾਲ ਕੀਤਾ,
ਪਰ ਵੱਡੇ ਸਾਹਿਬ, ਉਹਨਾਂ ਨੇ ਮੇਰਾ ਨੰਬਰ ਤਾਂ ਨੋਟ ਕਰ ਲਿਆ ਸੀ। ਬਲਾਕ ਦੇ ਇੰਚਾਰਜ ਨੂੰ ਗੁੱਸੇ ਨੇ ਆ ਘੇਰਿਆ। ਕੀ ਕਿਸੇ ਨੇ ਉਹਦੀ ਗੱਲ ਨੂੰ ਨਕਾਰਿਆ? ਹੁਣ ਕੀ ਹੋ ਗਿਆ? ਕੀ ਮੈਂ ਝੂਠ ਬੋਲ ਰਿਹਾ? ਮੈਂ ਕਹਿ ਰਿਹਾ ਤੇ ਆਖਰੀ ਵਾਰ ਕਹਿ ਰਿਹਾ ਕਿ ਤੈਨੂੰ ਕੁਝ ਵੀ ਨਹੀਂ ਹੋਏਗਾ, ਕਿਸੇ ਨੂੰ ਵੀ। ਤੈਨੂੰ ਤੇਰਾ ਆਪਣਾ ਪਾਲਾ ਮਾਰ ਰਿਹਾ, ਬੇਵਕੂਫਾ। ਘੰਟੀ ਵੱਜੀ, ਮਤਲਬ ਕਿ ਚੋਣ ਖਤਮ ਹੋ ਚੁੱਕੀ ਸੀ ਸਾਰੇ ਕੈਂਪ ਵਿੱਚ। ਮੈਂ ਪੂਰੇ ਜ਼ੋਰ ਨਾਲ 36 ਨੰਬਰ ਬਲਾਕ ਵੱਲ ਦੌੜ ਪਿਆ। ਰਾਹ ਵਿੱਚ ਹੀ ਮੈਨੂੰ ਮੇਰੇ ਪਿਤਾ ਜੀ ਮਿਲ ਪਏ। ਉਹ ਮੇਰੇ ਵੱਲ ਆਏ। ਚਲੋ ਤੂੰ ਪਾਸ ਹੋ ਗਿਆ। ਹਾਂਜੀ, ਤੇ ਤੁਸੀਂ? ਮੈਂ ਵੀ। ਮੈਨੂੰ ਸਾਹ ਕਿਵੇਂ ਆਇਆ? ਮੇਰੇ ਪਿਤਾ ਜੀ ਮੇਰੇ ਲਈ ਇੱਕ ਤੋਹਫਾ ਲੈ ਕੇ ਆਏ ਸਨ, ਡਬਲ ਰੋਟੀ ਦਾ ਅੱਧਾ ਟੁਕੜਾ, ਜਿਹੜਾ ਉਹਨਾਂ ਨੂੰ ਇੱਕ ਰਬੜ ਦੇ ਟੁਕੜੇ ਬਦਲੇ ਮਿਲਿਆ ਸੀ। ਉਹ ਰਬੜ ਦਾ ਟੁਕੜਾ ਉਹਨਾਂ ਨੂੰ ਕਾਰਖਾਨੇ ਕੋਲ ਪਿਆ ਮਿਲਿਆ ਸੀ। ਉਸ ਵਿੱਚੋਂ ਇੱਕ ਬੂਟ ਦਾ ਤਲਾ ਬਣ ਸਕਦਾ ਸੀ। ਘੰਟੀ ਵੱਜੀ। ਹੁਣ ਤੱਕ ਸਾਨੂੰ ਅੱਡੋ ਅੱਡ ਹੋ ਕੇ ਸੌਂ ਜਾਣਾ ਚਾਹੀਦਾ ਸੀ। ਹਰ ਕੰਮ ਘੰਟੀ ਨਾਲ ਹੀ ਹੁੰਦੇ ਸਨ। ਇਹ ਮੈਨੂੰ ਹੁਕਮ ਦਿੰਦੀ ਸੀ ਤੇ ਮੈਂ ਉਹ ਹੁਕਮ ਮੰਨਦਾ ਸੀ। ਮੈਨੂੰ ਘੰਟੀ ਨਾਲ ਨਫ਼ਰਤ ਹੋ ਗਈ ਸੀ। ਜਦੋਂ ਵੀ ਮੈਂ ਚੰਗੇਰੀ ਦੁਨੀਆ ਬਾਰੇ ਸੋਚਦਾ ਸਾਂ, ਮੈਨੂੰ ਘੰਟੀ ਤੋਂ ਬਿਨਾਂ ਵਾਲੀ ਦੁਨੀਆ ਪਸੰਦ ਸੀ ਤੇ ਇਸ ਬਾਰੇ ਮੈਂ ਸੋਚਦਾ ਸਾਂ। ਕਈ ਦਿਨ ਗੁਜ਼ਰ ਗਏ। ਅਸੀਂ ਹੁਣ ਚੋਣ ਬਾਰੇ ਸੋਚਣਾ ਬੰਦ ਕਰ ਦਿੱਤਾ ਸੀ। ਅਸੀਂ ਆਮ ਵਾਂਗ ਕੰਮ ਕਰਨ ਜਾਂਦੇ ਸਾਂ। ਰੇਲ ਗੱਡੀਆਂ 'ਚ ਭਾਰੀ ਪੱਥਰ ਲੱਦਣੇ ਪੈਂਦੇ ਸਨ। ਰਾਸ਼ਨ ਹੋਰ ਘਟ ਗਿਆ ਸੀ। ਸਿਰਫ ਇਹੋ ਇੱਕ ਬਦਲਾਵ ਆਇਆ ਸੀ। ਅਸੀਂ ਹਰ ਰੋਜ਼ ਦਿਨ ਚੜ੍ਹਨ ਤੋਂ ਪਹਿਲਾਂ ਉੱਠ ਜਾਇਆ ਕਰਦੇ ਸੀ। ਸਾਨੂੰ ਕਾਲੀ ਕੌਫੀ ਤੇ ਡਬਲ ਰੋਟੀ ਮਿਲ ਗਈ ਸੀ। ਅਸੀਂ ਆਮ ਦਿਨਾਂ ਵਾਂਗ ਕਾਰਖਾਨੇ ਜਾਣ ਲਈ ਤਿਆਰ ਸਾਂ। ਬਲਾਕ ਦਾ ਇੰਚਾਰਜ ਆ ਰਿਹਾ ਸੀ। ਉਹ ਭੱਜਿਆ ਆ ਰਿਹਾ ਸੀ। ਇੱਕ ਪਲ ਲਈ ਸਾਰੇ ਚੁੱਪ ਹੋ ਜਾਓ। ਮੇਰੇ ਕੋਲ ਨੰਬਰਾਂ ਵਾਲੀ ਲਿਸਟ ਹੈ, ਤੁਹਾਨੂੰ ਪੜ੍ਹ ਕੇ ਸੁਣਾਉਣਾ। ਜਿਹਦੇ ਨੰਬਰ ਮੈਂ ਬੋਲਾਂਗਾ ਉਹ ਅੱਜ ਕੰਮ ਤੇ ਨਹੀਂ ਜਾਣਗੇ। ਉਹ ਕੈਂਪ 'ਚ ਰੁਕਣਗੇ। ਤੇ ਉਹਨੇ ਬੜੀ ਸੂਖਮ ਆਵਾਜ਼ ਵਿੱਚ 10 ਨੰਬਰ ਪੜ੍ਹੇ। ਅਸੀਂ ਸਮਝ ਗਏ ਇਹ ਨੰਬਰ ਚੋਣ ਵੇਲੇ ਨੋਟ ਕੀਤੇ ਗਏ ਸਨ। ਡਾਕਟਰ ਮੈਂਗਲੇ ਭੁੱਲਿਆ ਨਹੀਂ ਸੀ। ਬਲਾਕ ਦਾ ਇੰਚਾਰਜ ਆਪਣੇ ਕਮਰੇ 'ਚ ਚਲਾ ਗਿਆ ਸੀ। 10 ਕੈਦੀ ਉਹਦੇ ਆਲੇ ਦੁਆਲੇ ਖੜੇ ਸਨ, ਉਹਦੇ ਕੱਪੜਿਆਂ ਨੂੰ ਫੜ ਕੇ। ਸਾਨੂੰ ਬਚਾਓ, ਤੁਸੀਂ ਤੇ ਵਾਅਦਾ ਕੀਤਾ ਸੀ। ਮੈਂ ਕਾਰਖਾਨੇ ਜਾਣਾ। ਅਸੀਂ ਤਕੜੇ ਹਾਂ, ਕੰਮ ਕਰ ਸਕਦੇ ਹਾਂ। ਅਸੀਂ ਚੰਗੇ ਕਾਮੇ ਹਾਂ, ਅਸੀਂ ਕਰ ਸਕਦੇ ਹਾਂ, ਅਸੀਂ ਕਰਾਂਗੇ। ਉਹ ਉਹਨਾਂ ਨੂੰ ਚੁੱਪ ਕਰਾ ਰਿਹਾ ਸੀ, ਤਸੱਲੀ ਦੇ ਰਿਹਾ ਸੀ ਉਹਨਾਂ ਦੀ ਕਿਸਮਤ ਬਾਰੇ ਕਿ ਜੇ ਉਹ ਕੈਂਪ 'ਚ ਪਿੱਛੇ ਰਹਿ ਗਏ ਨੇ ਤਾਂ ਇਹਦਾ ਮਤਲਬ ਉਹ ਨਹੀਂ, ਇਸ ਵਿੱਚ ਦੁੱਖ ਦੀ ਕੋਈ ਮਹੱਤਤਾ ਨਹੀਂ। ਦੇਖੋ, ਮੈਂ ਵੀ ਤਾਂ ਹਰ ਰੋਜ਼ ਇੱਥੇ ਪਿੱਛੇ ਰਹਿ ਜਾਂਦਾ, ਉਹ ਕਹਿ ਰਿਹਾ ਸੀ। ਇਹ ਬੜਾ ਕਮਜ਼ੋਰ ਤਰਕ ਸੀ ਤੇ ਕਮਜ਼ੋਰ ਬਹਿਸ ਸੀ। ਉਹਨੇ ਇਹ ਗੱਲ ਮਹਿਸੂਸ ਕਰ ਲਈ ਸੀ ਕਿ ਬਿਨਾਂ ਦੂਜਾ ਸ਼ਬਦ ਬੋਲਿਆਂ ਉਹ ਕਮਰੇ ਅੰਦਰ ਚਲਾ ਗਿਆ ਤੇ ਬੂਹਾ ਬੰਦ ਕਰ ਦਿੱਤਾ। ਹੁਣੇ ਘੰਟੀ ਵੱਜੀ ਸੀ। ਕਤਾਰ ਬਣਾਓ। ਹੁਣ ਇਹਦਾ ਕੋਈ ਮਤਲਬ ਨਹੀਂ ਸੀ ਰਹਿ ਗਿਆ ਕਿ ਕੰਮ ਸਖਤ ਸੀ। ਸਭ ਤੋਂ ਜ਼ਰੂਰੀ ਗੱਲ ਸੀ ਕਿ ਬਲਾਕ ਤੋਂ ਦੂਰ ਰਿਹਾ ਜਾਵੇ, ਜਿੰਨਾ ਵੀ ਹੋ ਸਕੇ, ਇਸ ਮੌਤ ਦੀ ਭੱਠੀ ਤੋਂ, ਇਸ ਨਰਕ ਦੇ ਬਿੰਦੂ ਤੋਂ। ਮੈਂ ਦੇਖਿਆ ਕਿ ਮੇਰੇ ਪਿਤਾ ਜੀ ਮੇਰੇ ਵੱਲ ਭੱਜੇ ਆ ਰਹੇ ਸਨ। ਮੈਂ ਇੱਕਦਮ ਡਰ ਗਿਆ। ਕੀ ਹੋ ਗਿਆ? ਮੈਂ ਉਹਨਾਂ ਦਾ ਸਾਹ ਚੜਿਆ ਸੀ ਤੇ ਉਹ ਆਪਣਾ ਮੂੰਹ ਬੋਲਣ ਲਈ ਨਹੀਂ ਸਨ ਖੋਲ੍ਹ ਸਕਦੇ। ਮੈਂ ਵੀ ਉਹਨਾਂ ਨੇ ਮੈਨੂੰ ਵੀ ਕੈਂਪ 'ਚ ਪਿੱਛੇ ਰਹਿਣ ਲਈ ਕਹਿ ਦਿੱਤਾ। ਉਹਨਾਂ ਨੇ ਪਿਤਾ ਜੀ ਦਾ ਨੰਬਰ ਨੋਟ ਕੀਤਾ, ਜਿਸ ਬਾਰੇ ਉਹਨਾਂ ਨੂੰ ਪਤਾ ਹੀ ਨਹੀਂ ਸੀ। ਹੁਣ ਕੀ ਹੋਏਗਾ? ਮੈਂ ਫਿਕਰਮੰਦ ਹੋ ਕੇ ਪੁੱਛਿਆ। ਪਰ ਹੁਣ ਤਾਂ ਉਹ ਖੁਦ ਮੈਨੂੰ ਤਸੱਲੀ ਦੇਣ ਲੱਗ ਪਏ ਸਨ। ਅਜੇ ਪੱਕਾ ਨਹੀਂ, ਬਚਣ ਦਾ ਮੌਕਾ ਅਜੇ ਵੀ ਹੈ। ਉਹ ਅੱਜ ਇੱਕ ਹੋਰ ਚੋਣ ਕਰਨਗੇ। ਇਹ ਪੱਕੀ ਚੋਣ ਹੋਏਗੀ। ਮੈਂ ਚੁੱਪ। ਉਹਨਾਂ ਨੇ ਮਹਿਸੂਸ ਕੀਤਾ ਕਿ ਸਮਾਂ ਬਹੁਤ ਘੱਟ ਸੀ। ਉਹ ਜਲਦੀ ਬੋਲਣ ਲੱਗ ਪਏ। ਉਹ ਕਿੰਨਾ ਕੁਝ, ਬਹੁਤ ਸਾਰੀਆਂ ਗੱਲਾਂ ਕਰਕੇ ਦੱਸਣਾ ਚਾਹੁੰਦੇ ਸੀ। ਉਹਨਾਂ ਦੇ ਬੋਲ ਮਿਲਗੋਭਾ ਹੋਣ ਲੱਗ ਪਏ। ਉਹਨਾਂ ਦੀ ਆਵਾਜ਼ ਨਹੀਂ ਸੀ ਨਿਕਲ ਰਹੀ। ਉਹਨਾਂ ਨੂੰ ਪਤਾ ਸੀ ਕਿ ਉਹਨਾਂ ਨੂੰ ਛੇਤੀ ਮੁੜਨਾ ਪਏਗਾ। ਉਹਨਾਂ ਨੂੰ ਇਕੱਲੇ ਰਹਿਣਾ ਪਏਗਾ, ਸਿਰਫ ਇਕੱਲੇ। ਆ ਦੇਖ, ਆ ਚਾਕੂ ਆਪਣੇ ਕੋਲ ਰੱਖ, ਉਹਨਾਂ ਮੈਨੂੰ ਕਿਹਾ। ਮੈਨੂੰ ਹੁਣ ਇਸ ਦੀ ਕੋਈ ਲੋੜ ਨਹੀਂ। ਇਹ ਤੇਰੇ ਕਿਸੇ ਕੰਮ ਆਏਗਾ। ਤੇ ਨਾਲੇ ਚਮਚਾ ਵੀ ਰੱਖ। ਇਹਨਾਂ ਨੂੰ ਵੇਚੀ ਨਾ, ਛੇਤੀ। ਹੁਣ ਇੱਥੋਂ ਜਾ, ਜੋ ਵੀ ਤੈਨੂੰ ਦੇ ਰਿਹਾ ਲੈ ਲੈ। ਇਹ ਜਾਇਦਾਦ, ਵਿਰਾਸਤ। ਪਿਤਾ ਜੀ, ਇਹੋ ਜਿਹੀਆਂ ਗੱਲਾਂ ਨਾ ਕਰੋ। ਮੈਨੂੰ ਲੱਗਿਆ ਕਿ ਮੈਂ ਹੁਬਕੀ ਰੋ ਪਵਾਂਗਾ। ਮੈਂ ਇਹ ਕਹਿਣਾ ਨਹੀਂ ਚਾਹੁੰਦਾ। ਚਮਚਾ ਤੇ ਚਾਕੂ ਰੱਖ ਲੈ। ਤੈਨੂੰ ਇਹਨਾਂ ਦੀ ਉਨੀ ਲੋੜ ਹੈ ਜਿੰਨੀ ਕਿ ਮੈਨੂੰ। ਆਪਾਂ ਇੱਕ ਦੂਜੇ ਨੂੰ ਅੱਜ ਸ਼ਾਮ ਨੂੰ ਫਿਰ ਮਿਲਾਂਗੇ, ਕੰਮ ਖਤਮ ਹੋਣ ਪਿੱਛੋਂ। ਮੈਨੂੰ ਉਹਨਾਂ ਨੇ ਉਦਾਸ ਅੱਖਾਂ ਨਾਲ ਦੇਖਿਆ। ਉਦਾਸੀ ਛਾਈ ਹੋਈ ਸੀ। ਉਹਨਾਂ ਗੱਲ ਜਾਰੀ ਰੱਖੀ। ਮੈਂ ਤੈਨੂੰ ਕਹਿ ਰਿਹਾ, ਇਹਨਾਂ ਨੂੰ ਰੱਖ ਲੈ। ਜਿਵੇਂ ਮੈਂ ਕਹਿ ਰਿਹਾ ਉਵੇਂ ਕਰ ਪੁੱਤਰ। ਸਾਡੇ ਕੋਲ ਸਮਾਂ ਨਹੀਂ, ਕਰ ਜਿਵੇਂ ਤੇਰਾ ਪਿਤਾ ਕਹਿ ਰਿਹਾ।
ਸਾਡੇ ਕਾਪੂ ਨੇ ਉੱਚੀ ਆਵਾਜ਼ 'ਚ ਸਾਨੂੰ ਅਲੱਗ ਹੋਣ ਲਈ ਕਿਹਾ। ਸਾਡਾ ਗਰੁੱਪ ਗੇਟ ਬੂਹੇ ਵੱਲ ਜਾਣ ਲੱਗ ਪਿਆ। ਲੈਫਟ ਰਾਈਟ। ਮੈਂ ਆਪਣੇ ਬੁੱਲ ਟੁੱਕ ਲਏ। ਮੇਰੇ ਪਿਤਾ ਜੀ ਬਲਾਕ ਦੇ ਦੂਜੇ ਪਾਸੇ ਹੋ ਕੇ ਖੜੇ ਸਨ। ਉਹ ਕੰਧ ਦਾ ਸਹਾਰਾ ਲੈ ਕੇ ਖੜੇ ਸਨ। ਫਿਰ ਉਹ ਦੌੜ ਕੇ ਸਾਡੇ ਵੱਲ ਆਏ। ਸ਼ਾਇਦ ਉਹ ਜੋ ਕੁਝ ਵੀ ਮੈਨੂੰ ਕਹਿਣਾ ਚਾਹੁੰਦੇ ਸਨ ਭੁੱਲ ਗਏ ਹੋਣਗੇ, ਪਰ ਅਸੀਂ ਤੇਜ਼ ਤੁਰਦੇ ਜਾ ਰਹੇ ਸਾਂ। ਲੈਫਟ ਰਾਈਟ। ਅਸੀਂ ਵੱਡੇ ਗੇਟ ਤੱਕ ਪਹੁੰਚ ਗਏ ਸਾਂ। ਉਹਨਾਂ ਨੇ ਮਿਲਟਰੀ ਬੈਂਡ ਵਾਲੇ ਸ਼ੋਰ ਵਿੱਚ ਸਾਰੀ ਗੱਲ ਕੀਤੀ। ਅਸੀਂ ਬਾਹਰ ਆ ਚੁੱਕੇ ਸਾਂ। ਸਾਰਾ ਦਿਨ ਮੈਂ ਇਉਂ ਤੁਰਦਾ ਫਿਰਦਾ ਰਿਹਾ ਜਿਵੇਂ ਕੋਈ ਸੁੱਤੋਂ ਨੀਂਦਰੇ 'ਚ ਤੁਰਦਾ ਹੋਵੇ। ਕਦੇ ਕਦਾਈ ਟਿੱਬੀ ਤੇ ਯੋਸੀ ਮੈਨੂੰ ਕੋਈ ਸ਼ਬਦ ਕਹਿੰਦੇ ਸਨ। ਕਾਪੋ ਨੇ ਵੀ ਮੇਰੀ ਤਸੱਲੀ ਕਰਾਉਣੀ ਚਾਹੀ। ਅੱਜ ਉਹਨੇ ਮੈਨੂੰ ਹਲਕਾ ਕੰਮ ਕਰਨ ਲਈ ਦਿੱਤਾ। ਮੈਂ ਦਿਲੋਂ ਬਿਮਾਰ ਸਾਂ। ਮੇਰਾ ਉਹ ਚੰਗਾ ਖਿਆਲ ਰੱਖ ਰਹੇ ਸਨ, ਜਿਵੇਂ ਮੈਂ ਕੋਈ ਯਤੀਮ ਹੋਵਾਂ। ਮੈਂ ਸੋਚ ਰਿਹਾ ਸਾਂ ਮੇਰੇ ਪਿਤਾ ਜੀ ਅਜੇ ਵੀ ਮੇਰੀ ਮਦਦ ਕਰ ਰਹੇ ਨੇ। ਮੈਨੂੰ ਕੋਈ ਪਤਾ ਨਹੀਂ ਸੀ ਕਿ ਮੈਨੂੰ ਕੀ ਚਾਹੀਦਾ ਹੈ। ਉਹ ਦਿਨ ਛੇਤੀ ਗੁਜ਼ਰ ਗਿਆ ਜਾਂ ਨਹੀਂ, ਪਤਾ ਨਹੀਂ। ਮੈਨੂੰ ਰਾਤ ਨੂੰ ਇਕੱਲੇ ਰਹਿ ਜਾਣ ਤੋਂ ਡਰ ਲੱਗ ਰਿਹਾ ਸੀ। ਇਸ ਵੇਲੇ ਮਰ ਜਾਣਾ ਕਿੰਨਾ ਚੰਗਾ ਹੋਣਾ ਸੀ ਜੇ ਮੈਂ ਉੱਥੇ ਹੀ ਮਰ ਜਾਂਦਾ। ਅਸੀਂ ਆਪਣਾ ਵਾਪਸੀ ਸਫ਼ਰ ਸ਼ੁਰੂ ਕੀਤਾ। ਮੇਰਾ ਕਿੰਨਾ ਜੀਅ ਕਰਦਾ ਸੀ ਕਿ ਉਹ ਸਾਨੂੰ ਭੱਜਣ ਵਾਲਾ ਹੁਕਮ ਦੇਣ। ਮਿਲਟਰੀ ਮਾਰਚ, ਵੱਡਾ ਬੂਹਾ, ਕੈਂਪ। ਮੈਂ 36 ਨੰਬਰ ਬਲਾਕ ਵੱਲ ਦੌੜ ਪਿਆ। ਕੀ ਅਜੇ ਵੀ ਦੁਨੀਆ 'ਚ ਚਮਤਕਾਰ ਹੁੰਦੇ ਸਨ? ਉਹ ਜਿੰਦਾ ਸਨ। ਦੂਜੀ ਚੋਣ 'ਚੋਂ ਬਚ ਗਏ ਸਨ। ਉਹਨਾਂ ਨੇ ਕਾਮਯਾਬੀ ਨਾਲ ਸਾਬਤ ਕਰ ਦਿੱਤਾ ਸੀ ਕਿ ਉਹ ਅਜੇ ਵੀ ਲਾਭਦਾਇਕ ਸਨ। ਮੈਂ ਉਹਨਾਂ ਨੂੰ ਚਮਚਾ ਤੇ ਚਾਕੂ ਵਾਪਸ ਮੋੜ ਦਿੱਤਾ ਸੀ। ਅਕੀਬਾ ਢੋਲੀ, ਢੋਲ ਵਜਾਉਣ ਵਾਲਾ, ਸਾਨੂੰ ਛੱਡ ਗਿਆ ਸੀ। ਉਹਦੀ ਚੋਣ ਹੋ ਗਈ ਸੀ। ਹੁਣੇ ਸਾਡੇ ਵਿਚਕਾਰ ਉਹ ਤੁਰਿਆ ਫਿਰਦਾ ਸੀ। ਉਹਦੀ ਨਜ਼ਰ ਜਿਵੇਂ ਗੁਆਚ ਗਈ ਹੋਵੇ। ਹਰੇਕ ਨੂੰ ਆਪਣੀ ਕਮਜ਼ੋਰੀ ਬਾਰੇ ਦੱਸਦਾ ਸੀ। ਮੈਂ ਹੋਰ ਅੱਗੇ ਨਹੀਂ ਜਾ ਸਕਦਾ। ਸਭ ਕੁਝ ਖਤਮ। ਉਹਦੇ ਮਨੋਬਲ ਨੂੰ ਸਹਾਰਾ ਦੇਣਾ ਵੀ ਅਸੰਭਵ ਹੋ ਗਿਆ ਸੀ। ਅਸੀਂ ਜੋ ਕੁਝ ਵੀ ਕਹਿੰਦੇ ਸਾਂ ਉਹ ਸੁਣਦਾ ਨਹੀਂ ਸੀ। ਉਹ ਬਾਰ-ਬਾਰ ਇੱਕੋ ਗੱਲ ਦੁਹਰਾਈ ਜਾਂਦਾ ਸੀ। ਸਭ ਕੁਝ ਖਤਮ ਹੋ ਗਿਆ। ਉਹ ਸੰਘਰਸ਼ ਨਹੀਂ ਕਰਨਾ ਚਾਹੁੰਦਾ। ਉਹਦੇ ਅੰਦਰਲੀ ਤਾਕਤ ਖਤਮ ਸੀ ਤੇ ਨਾ ਹੀ ਉਹਨੂੰ ਆਪਣੇ ਆਪ ਤੇ ਭਰੋਸਾ ਸੀ। ਅਚਾਨਕ ਉਹਦੀਆਂ ਅੱਖਾਂ ਸੱਖਣੀਆਂ ਹੋ ਜਾਇਆ ਕਰਦੀਆਂ ਸਨ, ਜਿਵੇਂ ਦੋ ਜ਼ਖਮ ਹੋਣ, ਦੋ ਆਤੰਕ ਦੇ ਟੋਏ। ਉਹ ਇਕੱਲਾ ਹੀ ਨਹੀਂ ਸੀ ਜਿਸ ਨੇ ਉਹਨਾਂ ਚੋਣ ਵਾਲੇ ਦਿਨਾਂ 'ਚ ਆਪਣਾ ਮਨੋਬਲ ਗੁਆ ਦਿੱਤਾ ਸੀ। ਮੈਂ ਪੋਲੈਂਡ ਤੋਂ ਇੱਕ ਛੋਟੇ ਕਸਬੇ ਤੋਂ ਰੱਬੀ ਨੂੰ ਜਾਣਦਾ ਸੀ, ਜਿਹਦੇ ਬੁੱਲ ਹਮੇਸ਼ਾ ਫਰਕਦੇ ਰਹਿੰਦੇ ਸਨ। ਉਹ ਹਰ ਵੇਲੇ ਅਰਦਾਸਾਂ ਕਰਦਾ ਰਹਿੰਦਾ ਸੀ। ਉਹ ਜਦੋਂ ਦੇਖੋ ਬਲਾਕ ਵਿੱਚ, ਸੜਕ ਤੇ, ਗੱਲ ਕੀ, ਹਰ ਵੇਲੇ ਅਰਦਾਸ ਕਰਦਾ ਰਹਿੰਦਾ। ਉਹਨੂੰ ਸਾਰਾ ਤਾਲਮਡ ਜ਼ਬਾਨੀ ਯਾਦ ਸੀ ਤੇ ਆਪਣੇ ਆਪ ਨਾਲ ਬਹਿਸ ਕਰਦਾ ਰਹਿੰਦਾ ਸੀ। ਆਪਣੇ ਆਪ ਨੂੰ ਸਵਾਲ ਕਰਦਾ ਸੀ ਤੇ ਆਪਣੇ ਆਪ ਉਹਨਾਂ ਸਵਾਲਾਂ ਦੇ ਜਵਾਬ ਦਿੰਦਾ ਸੀ। ਇੱਕ ਦਿਨ ਉਹਨੇ ਮੈਨੂੰ ਕਿਹਾ, ਇਹ ਅੰਤ ਹੈ। ਰੱਬ ਹੁਣ ਸਾਡੇ ਨਾਲ ਨਹੀਂ। ਤੇ ਜਿਵੇਂ ਉਹਨੇ ਕਿਹਾ ਸੀ, ਇਹੋ ਜਿਹੇ ਸ਼ਬਦ ਦੇ ਇੰਨੇ ਤਿੱਖੇ, ਉਹਨੇ ਬੜੀ ਧੀਮੀ ਆਵਾਜ਼ 'ਚ ਕਿਹਾ। ਮੈਨੂੰ ਪਤਾ ਹੈ ਕਿਸੇ ਦਾ ਵੀ ਕੋਈ ਹੱਕ ਨਹੀਂ ਬਣਦਾ ਕਿ ਉਹ ਅਜਿਹੀਆਂ ਗੱਲਾਂ ਕਰੇ। ਇਹ ਮੈਨੂੰ ਪਤਾ ਹੈ। ਬੰਦਾ ਤਾਂ ਬਹੁਤ ਛੋਟਾ ਹੈ, ਬੜਾ ਵਿਚਾਰਾ ਜਿਹਾ, ਤੇ ਉਹਦੀ ਕੋਈ ਬੁੱਕਤ ਨਹੀਂ ਕਿ ਉਹ ਰੱਬ ਦੇ ਰਹੱਸ ਨੂੰ ਸਮਝ ਸਕੇ। ਪਰ ਮੈਂ ਵੀ ਕੀ ਕਰ ਸਕਦਾ? ਮੈਂ ਕੋਈ ਸੰਤ ਤਾਂ ਨਹੀਂ, ਆਪਣੇ ਵਿੱਚੋਂ ਹੀ ਚੁਣਿਆ ਹੋਇਆ। ਮੈਂ ਕੋਈ ਸੰਤ ਨਹੀਂ, ਮੈਂ ਇੱਕ ਆਮ ਜਿਹਾ। ਮੇਰੀਆਂ ਵੀ ਅੱਖਾਂ ਨੇ। ਮੈਨੂੰ ਦਿਸਦਾ ਹੈ ਕਿ ਉਹ ਇੱਥੇ ਕੀ ਕਰ ਰਹੇ ਨੇ। ਹੈ ਕਿਧਰੇ ਰੱਬ ਦੀ ਦਇਆ? ਰੱਬ ਕਿੱਥੇ ਹੈ? ਮੈਂ ਕਿਵੇਂ ਭਰੋਸਾ ਕਰ ਲਵਾਂ ਤੇ ਕੋਈ ਵੀ ਇਸ ਦਇਆਵਾਨ ਰੱਬ ਨੂੰ ਕਿਵੇਂ ਮੰਨ ਸਕਦਾ? ਵਿਚਾਰਾ ਅਕੀਬੇ ਢੋਲੀ, ਜੇ ਉਹ ਰੱਬ 'ਚ ਭਰੋਸਾ ਰੱਖੀ ਰੱਖਦਾ ਤਾਂ ਉਹਨੂੰ ਰੱਬ ਦੇ ਭਰੋਸੇ ਦਾ ਸਬੂਤ ਕੈਲਵੈਰੀ, ਜੈਰੂਸਲਮ ਕੋਲ ਇੱਕ ਪਹਾੜੀ ਜਿੱਥੇ ਈਸਾ ਨੂੰ ਸੂਲੀ ਤੇ ਚੜਾਇਆ ਗਿਆ ਸੀ, ਤੋਂ ਹੀ ਮਿਲ ਜਾਣਾ ਸੀ। ਉਹਨੂੰ ਚੋਣ ਰਾਹੀਂ ਮਰਨਾ ਨਹੀਂ ਸੀ ਪੈਣਾ। ਪਰ ਜਿਉਂ ਹੀ ਉਹਨੇ ਰੱਬ ਦੇ ਭਰੋਸੇ 'ਚ ਪਹਿਲੀ ਤਰੇੜ ਦੇਖੀ, ਉਹਨੇ ਸੰਘਰਸ਼ ਕਰਨਾ ਛੱਡ ਦਿੱਤਾ ਤੇ ਉਹ ਮਰਨਾ ਸ਼ੁਰੂ ਹੋ ਗਿਆ ਸੀ। ਤੇ ਜਦੋਂ ਚੋਣ ਹੋਣੀ ਸੀ, ਉਹ ਤੋਂ ਪਹਿਲਾਂ ਹੀ ਉਹਨੂੰ ਸਜ਼ਾ ਸੁਣਾ ਦਿੱਤੀ ਗਈ ਸੀ। ਉਹਨੇ ਪਹਿਲਾਂ ਹੀ ਆਪਣੀ ਧੌਣ ਫਾਂਸੀ ਲਈ ਹਾਜ਼ਰ ਕਰ ਦਿੱਤੀ ਸੀ। ਉਹਨੇ ਸਾਡੇ ਕੋਲੋਂ ਸਿਰਫ ਇਹੋ ਪੁੱਛਿਆ ਸੀ, ਆਉਣ ਵਾਲੇ 3 ਦਿਨਾਂ ਤੱਕ ਮੈਂ ਇੱਥੇ ਨਹੀਂ ਹੋਵਾਂਗਾ। ਮੇਰੇ ਲਈ ਮਰਨ ਵੇਲੇ ਕੀਤੀ ਜਾਣ ਵਾਲੀ ਅਰਦਾਸ ਹੁਣੇ ਕਰ ਲਓ। ਅਸੀਂ ਉਸ ਨਾਲ ਵਾਅਦਾ ਕੀਤਾ ਕਿ ਜਦੋਂ 3 ਦਿਨਾਂ ਪਿੱਛੋਂ ਅਸੀਂ ਚਿਮਨੀ ਵਿੱਚੋਂ ਧੂੰਆਂ ਨਿਕਲਦੇ ਦੇਖਾਂਗੇ, ਅਸੀਂ ਉਹਨੂੰ ਯਾਦ ਕਰਾਂਗੇ। ਸਾਡੇ ਵਿੱਚੋਂ 10 ਜਣੇ
ਇਕੱਠੇ ਹੋ ਕੇ ਇੱਕ ਅਰਦਾਸ ਕਰਾਂਗੇ। ਸਾਰੇ ਉਹਦੇ ਦੋਸਤ ਉਸ ਅਰਦਾਸ ਵਿੱਚ ਸ਼ਾਮਿਲ ਹੋਣਗੇ। ਫਿਰ ਉਹ ਹਸਪਤਾਲ ਵੱਲ ਚਲਾ ਗਿਆ ਸੀ। ਉਹਦੇ ਕਦਮ ਸਹੀ ਥਾਂ ਪੈ ਰਹੇ ਸਨ ਤੇ ਉਹਨੇ ਪਿੱਛੇ ਮੁੜ ਕੇ ਨਹੀਂ ਸੀ ਦੇਖਿਆ। ਇੱਕ ਐਂਬੂਲੈਂਸ ਉਹਨੂੰ ਬਰਕਨਾਊ ਲਿਜਾਣ ਲਈ ਤਿਆਰ ਖੜੀ ਸੀ। ਇਹ ਬੜੇ ਭਿਆਨਕ ਦਿਨ ਸਨ। ਖਾਣੇ ਤੋਂ ਇਲਾਵਾ ਵੀ ਸਾਨੂੰ ਕਈ ਧੱਕੇ ਵੱਜੇ ਸਨ। ਅਸੀਂ ਕੰਮ ਦੇ ਬੋਝ ਥੱਲੇ ਵੀ ਪਿਸ ਰਹੇ ਸਾਂ ਤੇ ਜਦੋਂ ਉਹ ਚਲਾ ਗਿਆ ਤਾਂ 3 ਦਿਨਾਂ ਪਿੱਛੋਂ ਅਸੀਂ ਅਰਦਾਸ ਕਰਨੀ ਵੀ ਭੁੱਲ ਗਏ ਸਾਂ। ਧੰਨਵਾਦ।